ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਕਹਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹ, ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਮਹਿਠਿਆ ਸੋਹੀਐ, ਸਭਨਾ ਦਾ ਵਿਸਾਹੋ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਰੂਪ ਰੰਗ ਸੁਗੰਧ ਭੋਗ, ਤਿਆਗ ਚਲੇ ਮਾਇਆ ਚਲੇ। ਕਨਕ ਕਾਮਨੀ ਰੂਪ ਰੰਗ ਸੁਗੰਧ ਭੋਗ, ਤਿਆਗ ਚਲੇ ਮਾਇਆ ਚਲੇ। ਕਨਕ ਕਾਮਨੀ ਰਹਾਉ। ਭੰਡਾਰ ਦਰਬ ਅਰਬ ਖਰਬ, ਵੇਖ ਲੀਲਾ ਮਨ ਸਧਰੈ। ਨਹਿ ਸੰਗ ਗਾਮਨੀ, ਸੁਤ ਕਲਤਰ ਭਰਾਤ ਮੀਤ। ਉਰਜ ਪਰਿਓ ਭਰਮ ਮੋਹਿਓ, ਇਹ ਬਿਰਖ ਛਾਗਨੀ। ਚਰਨ ਕਮਲ ਸਰਨ ਨਾਨਕ, ਸੁਖ ਸੰਤ ਭਾਵਨੀ। ਸੁਤ ਕਲਤਰ ਭਰਾਤ ਮੀਤ, ਉਰਜ ਪਰਿਓ ਭਰਮ ਮੋਹਿਓ, ਇਹ ਬਿਰਖ ਛਾਗਨੀ। ਚਰਨ ਕਮਲ ਸਰਨ ਨਾਨਕ, ਸੁਖ ਸੰਤ ਭਾਵਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਜੋ ਰਾਤ ਬਤੀਤ ਹੋਈ ਹੈ ਇਹ 8 ਪੋਹ ਦੀ ਰਾਤ ਸਾਧ ਸੰਗਤ ਜੀ ਬਤੀਤ ਹੋਈ ਹੈ, ਤੇ ਜੋ ਦਿਨ ਆਰੰਭ ਹੋਇਆ ਹੈ, ਇਹ ਜਿਹੜਾ ਦਿਨ ਆ ਰਿਹਾ ਹੈ ਇਹ 9 ਪੋਹ ਦਾ ਦਿਨ ਆ ਰਿਹਾ ਹੈ, ਔਰ ਇਹ 8 ਪੋਹ ਦੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਿਕਾਰਯੋਗ ਪੂਜਨੀਕ ਮਾਤਾ ਜੀ ਮਾਤਾ ਗੁਜਰ ਕੌਰ ਜੀ, ਜੋ 80 ਸਾਲ ਤੋਂ ਵਡੇਰੀ ਆਰਬਲਾ ਹੈ, ਤੇ ਗੁਰੂ ਜੀ ਦੇ ਛੋਟੇ ਲਾਲ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਮਾਤਾ ਜੀ ਨੇ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਇਹ ਰਾਤ 8 ਪੋਹ ਦੀ ਰਾਤ ਗੰਗੂ ਬ੍ਰਾਹਮਣ ਦੇ ਘਰ ਵਿੱਚ ਬਤੀਤ ਕੀਤੀ ਹੈ। ਖੇੜੀ ਪਿੰਡ ਦੇ ਵਿੱਚ, ਜਿਸ ਪਿੰਡ ਨੂੰ ਖੇੜੀ ਵੀ ਕਿਹਾ ਜਾਂਦਾ ਹੈ ਤੇ ਸਹੇੜੀ ਵੀ ਕਿਹਾ ਜਾਂਦਾ ਹੈ। 7 ਪੋਹ ਦੀ ਜੋ ਰਾਤ ਸੀ ਪਿਛਲੀ, ਉਹ ਮਾਤਾ ਜੀ ਨੇ ਤੇ ਛੋਟੇ ਲਾਲਾ ਨੇ ਸਰਸਾ ਪਾਰ ਕਰਨ ਤੋਂ ਬਾਅਦ ਬਾਬੇ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਬਤੀਤ ਕੀਤੀ ਸੀ 7 ਪੋਹ ਦੀ ਰਾਤ। ਫਿਰ ਉੱਥੇ ਹੀ ਗੰਗੂ ਬ੍ਰਾਹਮਣ ਮਾਤਾ ਜੀ ਨੂੰ ਮਿਲਦਾ ਹੈ ਤੇ ਕੱਲ੍ਹ ਦਾ 8 ਪੋਹ ਦਾ ਸਾਰਾ ਦਿਨ ਸਫ਼ਰ ਕਰਕੇ ਆਪਣੇ ਪਿੰਡ ਲੈ ਜਾਂਦਾ ਹੈ, ਖੇੜੀ ਪਿੰਡ ਦੇ ਵਿੱਚ। ਤੇ ਇਹ 8 ਪੋਹ ਦੀ ਰਾਤ, ਅੱਜ ਦੀ ਰਾਤ ਮਾਤਾ ਜੀ ਨੇ ਉਹਦੇ ਘਰ ਦੇ ਵਿੱਚ ਬਤੀਤ ਕੀਤੀ ਹੈ ਤੇ ਛੋਟੇ ਲਾਲਾ ਨੇ। ਫਿਰ ਇਸੇ ਰਾਤ ਹੀ ਜਿਹੜੀ ਰਾਤ ਲੰਘ ਰਹੀ ਹੈ, ਇਸ ਰਾਤ ਵਿੱਚ ਹੀ ਉਸ ਗੰਗੂ ਬ੍ਰਾਹਮਣ ਦਾ ਮਨ ਬੇਈਮਾਨ ਹੋ ਜਾਂਦਾ ਹੈ। ਮਾਤਾ ਜੀ ਦੇ ਪਾਸ ਮੋਹਰਾਂ ਦੀ ਖੁਰਜੀ ਸੀ, ਉਹ ਸੋਨੇ ਦੀਆਂ ਮੋਹਰਾਂ ਦੇ ਉੱਤੇ ਬੇਈਮਾਨ ਹੁੰਦਾ ਹੈ ਤੇ ਮੋਹਰਾਂ ਚੁੱਕ ਕੇ ਪਾਸੇ ਕਰ ਲੈਂਦਾ ਹੈ। ਮਾਤਾ ਜੀ ਪੁੱਛਦੇ ਆ ਵੀ ਗੰਗਿਆ, ਇੱਥੇ ਮੋਹਰਾਂ ਪਈਆਂ ਸੀ ਕਿੱਥੇ ਗਈਆਂ? ਕਹਿਣ ਲੱਗਾ ਮਾਤਾ ਜੀ ਮੈਨੂੰ ਤੇ ਕੋਈ ਪਤਾ ਨਹੀਂ, ਕੋਈ ਚੋਰ ਲੈ ਗਿਆ ਹੋਵੇਗਾ ਚੋਰੀ ਕਰਕੇ। ਤੇ ਮਾਤਾ ਜੀ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਜੇ ਕੋਈ ਲੈ ਗਿਆ ਤੇ। ਪਰ ਉਹ ਆਪਣੇ ਆਪ ਹੀ ਰੌਲਾ ਪਾਉਣ ਲੱਗ ਪਿਆ, ਉੱਚੀ ਬੋਲਣ ਲੱਗ ਪਿਆ, ਕਹਿੰਦਾ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ? ਇੱਕ ਤਾਂ ਮੈਂ ਇੰਨੀ ਮੁਸੀਬਤ ਦੇ ਵਿੱਚ 4 ਚੁਫੇਰੇ ਫੌਜ ਤੁਹਾਡੀ ਦੁਸ਼ਮਣ ਬਣੀ ਹੋਈ ਹੈ, ਤੁਹਾਨੂੰ ਮੈਂ ਆਪਣੇ ਘਰੇ ਲੈ ਕੇ ਆਇਆ ਹਾਂ, ਉਲਟਾ ਤੁਸੀਂ ਚੋਰੀ ਦਾ ਇਲਜ਼ਾਮ ਮੇਰੇ ਤੇ ਲਾਉਣਾ ਚਾਹੁੰਦੇ ਹੋ। ਮਾਤਾ ਜੀ ਕਹਿੰਦੇ ਮੈਂ ਤਾਂ ਕੁਝ ਆਖਿਆ ਹੀ ਨਹੀਂ ਤੈਨੂੰ, ਤੂੰ ਆਪੇ ਹੀ ਬੋਲੀ ਜਾਂਦਾ ਹੈ, ਆਪੇ ਹੀ ਆਖੀ ਜਾਂਦਾ ਹੈ, ਵੇਖ ਉੱਚੀ ਨਾ ਬੋਲ। ਪਰ ਉਹ ਨਹੀਂ ਚੁੱਪ ਕੀਤਾ, ਕਿਉਂਕਿ ਉਹਦਾ ਮਨ ਬੇਈਮਾਨ ਸੀ ਵੀ ਇੱਧਰੋਂ ਤੇ ਮੋਹਰਾਂ ਮਿਲ ਗਈਆਂ, ਹੁਣ ਰੌਲਾ ਪਾ ਕਰਕੇ ਸਰਕਾਰ ਨੂੰ ਦੱਸ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਛੋਟੇ ਬੱਚਿਆਂ ਨੂੰ
ਮੈਂ ਗ੍ਰਿਫਤਾਰ ਕਰਵਾ ਕੇ ਸਰਕਾਰੀ ਇਨਾਮ ਵੀ ਪ੍ਰਾਪਤ ਕਰ ਲਵਾਂ। ਇਸ ਕਰਕੇ ਅੱਜ ਦੇ ਦਿਨ ਚੜ੍ਹਨ ਤੋਂ ਬਾਅਦ ਉਹ ਮਰਿੰਡੇ ਜਾਂਦਾ ਹੈ। ਮਰਿੰਡੇ ਦੇ 2 ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਨੂੰ ਲੈ ਕੇ ਆਉਂਦਾ ਹੈ। ਸਿਪਾਹੀ ਆਉਂਦੇ ਉਹਨਾਂ ਦੇ ਨਾਲ, ਉਹਨਾਂ ਨੂੰ ਦੱਸਦਾ ਹੈ ਵੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਬੱਚੇ ਉਹ ਮੇਰੇ ਘਰ ਵਿੱਚ ਆ ਤੇ ਆ ਕੇ ਗ੍ਰਿਫਤਾਰ ਕਰ ਲਵੋ। ਅੱਜ ਦਿਨ ਚੜ੍ਹਨ ਤੋਂ ਸਵੇਰੇ ਹੀ ਉਧਰ ਨੂੰ ਚਲੇ ਜਾਂਦਾ ਹੈ ਤੇ ਦੁਪਹਿਰ ਹੋ ਜਾਂਦੀ ਹੈ। ਮਰਿੰਡੇ ਤੋਂ ਸਿਪਾਹੀਆਂ ਨੂੰ ਤੇ ਥਾਣੇਦਾਰਾਂ ਨੂੰ ਆਉਂਦਿਆਂ ਅੱਜ ਦਿਨ ਚੜ੍ਹੇ ਤੋਂ ਇਹ ਸਾਧ ਸੰਗਤ ਜੀ ਫਿਰ ਮਾਤਾ ਜੀ ਨੂੰ ਤੇ ਛੋਟੇ ਲਾਲਾ ਨੂੰ ਗ੍ਰਿਫਤਾਰ ਕਰਕੇ ਦੁਪਹਿਰ ਦੇ ਵਕਤ ਫਿਰ ਖੇੜੀ ਪਿੰਡ ਤੋਂ ਮਰਿੰਡੇ ਲੈ ਕੇ ਜਾਇਆ ਜਾਂਦਾ ਹੈ। ਤੇ ਜਿਹੜਾ ਅੱਜ ਇਹ ਦਿਨ ਚੜ੍ਹਨਾ ਤੇ ਅੱਗੇ ਰਾਤ ਪੈਣੀ ਹੈ ਨਾ, 9 ਪੋਹ ਦੀ ਰਾਤ, ਇਹ ਰਾਤ ਮਰਿੰਡੇ ਦੇ ਥਾਣੇ ਵਿੱਚ ਕੱਟੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਨੇ। ਆਉਣ ਵਾਲੀ ਰਾਤ ਅੱਜ ਦਿਨੇ ਦੁਪਹਿਰੇ ਮਾਤਾ ਜੀ ਤੇ ਛੋਟੇ ਲਾਲਾ ਨੂੰ ਉੱਥੇ ਲਿਜਾਇਆ ਜਾਂਦਾ ਹੈ ਕੋਤਵਾਲੀ ਦੇ ਵਿੱਚ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਸੋਭਾ ਪਾਉਂਦਾ ਹੈ। ਉਹ ਕੋਤਵਾਲੀ ਦੇ ਵਿੱਚ ਫਿਰ ਇਹ 9 ਪੋਹ ਦੀ ਰਾਤ ਮਾਤਾ ਜੀ ਤੇ ਛੋਟੇ ਲਾਲ ਕੱਟਦੇ ਹਨ। ਛੋਟੇ ਲਾਲਾਂ ਦੇ ਇਤਿਹਾਸ ਦੀ ਬੇਨਤੀ ਬਾਕੀ ਦੀ ਕੱਲ ਨੂੰ ਸਾਂਝੀ ਕਰਾਂਗੇ। ਕੱਲ 8 ਪੋਹ ਸੀ। ਕੱਲ ਸਾਰਾ ਦਿਨ ਜੰਗ ਹੋਇਆ ਚਮਕੌਰ ਦੀ ਗੜੀ ਦੇ ਆਲੇ ਦੁਆਲੇ, ਲੱਖਾਂ ਫੌਜਾਂ ਦਾ ਘੇਰਾ। ਤੇ 8 ਪੋਹ ਵਾਲੇ ਦਿਨ, ਕੱਲ ਦੇ ਦਿਨ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ। 5 ਪਿਆਰਿਆਂ ਚੋਂ 3 ਪਿਆਰੇ ਸ਼ਹੀਦ ਹੋਏ। 40 ਸਿੰਘਾਂ ਦੇ ਵਿੱਚੋਂ 35 ਸਿੰਘ ਸ਼ਹੀਦ ਹੋ ਗਏ 8 ਪੋਹ ਦੇ ਦਿਨ ਚਮਕੌਰ ਦੀ ਗੜੀ ਚੋਂ ਨਿਕਲ ਕੇ ਲੱਖਾਂ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ। 8 ਪੋਹ ਦੀਆਂ ਜਦੋਂ ਸ਼ਾਮਾਂ ਪਈਆਂ ਕੱਲ ਵਾਲੇ ਦਿਨ ਦੀਆਂ, ਤੇ ਫਿਰ ਅੰਦਰ 5 ਸਿੰਘ ਰਹਿ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ। ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਦੱਸਣ ਮੁਤਾਬਕ ਉਹਨਾਂ ਨੇ ਆਖਿਆ ਵੀ ਜਦੋਂ 8 ਪੋਹ ਦੀਆਂ ਸ਼ਾਮਾਂ ਪਈਆਂ ਤੇ ਅੰਦਰ ਮਹਾਰਾਜ ਸਾਹਿਬ ਦੇ ਪਾਸ 5 ਸਿੰਘ ਸੀ ਤੇ ਸ਼ਾਮਾਂ ਬੜੀਆਂ ਭਿਆਨਕ ਪਈਆਂ, ਬਹੁਤ ਡਰਾਉਣੀਆਂ ਸ਼ਾਮਾਂ, ਭੈ ਭੀਤ ਕਰਨ ਵਾਲੀਆਂ ਸ਼ਾਮਾਂ। ਕਿਉਂ ਇਹਨਾਂ ਨੂੰ ਡਰਾਉਣੀਆਂ ਸ਼ਾਮਾਂ ਆਖਿਆ? ਕਹਿੰਦੇ ਵੀ ਸੰਧਿਆ ਭਈ ਭੀਖਣਾ ਬੋਲਤ ਬ੍ਰਿੰਦ ਗੁਮਾਏ, ਪੰਚ ਬੀਰ ਗੁਰ ਤੀਰ ਤਬ ਤਿਨ ਕਬ ਨਾਮ ਸੁਨਾਏ। ਕਿਸੇ ਪਿੰਡ ਵਿੱਚ ਕੋਈ ਇੱਕ ਪ੍ਰਾਣੀ ਚੜ੍ਹਾਈ ਕਰ ਜਾਵੇ ਤੇ ਸਾਰੇ ਨਗਰ ਵਿੱਚ ਸ਼ੋਕ ਪੈ ਜਾਂਦਾ ਹੈ। ਉਹ ਸ਼ਾਮਾਂ ਬੜੀਆਂ ਡਰਾਉਣੀਆਂ ਹੁੰਦੀਆਂ ਹਨ ਉਸ ਦਿਨ। ਤਾਂ ਜਿੱਥੇ ਇੰਨੇ ਸਿੰਘ ਸ਼ਹੀਦ ਹੋਏ ਆ, ਇੰਨੀ ਤੁਰਕਾਂ ਦੀ ਫੌਜ ਮਾਰੀ ਆ, ਉਹ ਸ਼ਾਮਾਂ ਨੂੰ ਤਾਂ ਭੀਖਣਾ ਆਖਿਆ ਇਤਿਹਾਸ ਵਿੱਚ, ਭਿਆਨਕ ਆਖਿਆ, ਡਰਾਉਣੀਆਂ ਸ਼ਾਮਾਂ ਆਖਿਆ। ਫਿਰ ਅੰਦਰ 5 ਸਿੰਘ ਤੇ ਉਹਨਾਂ ਨੇ ਬੇਨਤੀ ਕੀਤੀ ਵੀ ਕਲਗੀਧਰ ਪਾਤਸ਼ਾਹ, ਜਿਹੜੀ ਇਹ ਰਾਤ ਲੰਘੀ ਹੈ ਇਸ ਰਾਤ ਦਾ ਇਤਿਹਾਸ। ਆਖਿਆ ਸਤਿਗੁਰੂ ਜੀ ਤੁਸੀਂ ਸਾਡੇ ਵਾਲੀ ਵਾਰਸ ਹੋ ਤੇ ਕਿਰਪਾ ਕਰੋ, ਅਸੀਂ ਸਾਰੇ ਚਾਹੁੰਦੇ ਹਾਂ ਕਿ ਆਪ ਜੀ ਦਾ ਸਰੀਰ ਸਲਾਮਤ ਰਹੇ, ਆਪ ਜੀ ਦਾ ਸਰੀਰ ਸਲਾਮਤ ਰਹੇ। ਸਾਡੀ 5 ਸਿੰਘਾਂ ਦੀ ਆਪ ਜੀ ਦੇ ਪਾਸ ਬੇਨਤੀ ਹੈ ਕਿ ਆਪ ਕਿਰਪਾ ਕਰਕੇ ਸਾਡੀ ਬੇਨਤੀ ਪ੍ਰਵਾਨ ਕਰਕੇ ਗੜੀ ਛੱਡ ਦਿਓ, ਇਹ ਜੰਗ ਅਖਾੜਾ ਛੱਡ ਦਿਓ ਤੇ ਦੁਸ਼ਮਣ ਦੀ ਫੌਜ ਵਿੱਚੋਂ ਨਿਕਲ ਜਾਓ ਮਹਾਰਾਜ। ਸਤਿਗੁਰੂ ਛੱਡਣਾ ਤੇ ਨਹੀਂ ਚਾਹੁੰਦੇ ਸੀ, ਪਰ ਕਹਿਣ ਲੱਗੇ 5 ਸਿੰਘਾਂ ਦਾ ਵਚਨ ਵੀ ਨਹੀਂ ਮੋੜਿਆ ਜਾ ਸਕਦਾ। 5 ਸਿੰਘ ਗੁਰੂ ਰੂਪ ਹਨ, ਗੁਰੂ ਖਾਲਸਾ, ਖਾਲਸਾ ਗੁਰੂ ਹੈ। ਇਸ ਕਰਕੇ ਗਰੀਬ ਨਵਾਜ਼ ਸਾਹਿਬ ਜੀ ਨੇ ਬਚਨ ਕੀਤਾ ਵੀ ਅਸੀਂ ਗੜੀ ਛੱਡ ਕੇ ਜਾਣ ਵਾਸਤੇ ਤਿਆਰ ਹਾਂ, ਪਰ ਸਾਡੇ ਨਾਲ 3 ਸਿੰਘ ਜਾਣਗੇ। ਇੱਕ ਪਿਆਰੇ ਦਇਆ ਸਿੰਘ ਜੀ, ਇੱਕ ਪਿਆਰੇ ਧਰਮ ਸਿੰਘ ਜੀ, ਇੱਕ ਭਾਈ ਮਾਨ ਸਿੰਘ ਜੀ। ਭਾਈ ਸੰਤ ਸਿੰਘ ਤੇ ਸੰਗਤ ਸਿੰਘ ਤੁਸੀਂ ਦੋਵੇਂ ਇੱਥੇ ਰਹੋਗੇ। ਅਖੀਰਲੇ ਦਮ ਤੀਕ ਨਗਾਰੇ ਤੇ ਚੋਟਾਂ ਲਾਈ ਜਾਣੀਆਂ
ਤੇ ਦੁਸ਼ਮਣਾਂ ਦੇ ਉੱਤੇ ਤੀਰਾਂ ਤੇ ਗੋਲੀਆਂ ਦੀ ਬਰਸਾਤ ਕਰੀ ਜਾਣੀ। ਜਾਣ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਪੰਜਾਂ ਸਿੰਘਾਂ ਦੇ ਤਾਈਂ ਵਡਿਆਈ ਦਿੱਤੀ। ਸਾਧ ਸੰਗਤ ਜੀ, ਇਤਿਹਾਸ ਵਿੱਚ ਲਿਖਿਆ ਪੰਜਾਂ ਸਿੰਘਾਂ ਨੂੰ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ। ਗੁਰਤਾ ਗੱਦੀ, ਇੱਕ ਤਾਂ ਗੁਰਤਾ ਗੱਦੀ ਦਿੱਤੀ ਹੈ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਪਹੁੰਚ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸੁਭਾਏਮਾਨ ਕੀਤੀ ਹੈ। ਪਰ ਚਮਕੌਰ ਦੀ ਗੜੀ ਦੇ ਵਿੱਚ 8 ਪੋਹ ਦੀ ਰਾਤ ਨੂੰ 9 ਪੋਹ ਦਾ ਦਿਨ ਅੱਗੇ ਚੜ੍ਹਨਾ ਸੀ। 8 ਪੋਹ ਦੀ ਰਾਤ ਨੂੰ ਗੜੀ ਛੱਡਣ ਤੋਂ ਪਹਿਲਾਂ ਪੰਜਾਂ ਸਿੰਘਾਂ ਨੂੰ ਵੀ ਗੁਰਿਆਈ ਦਿੱਤੀ ਮਹਾਰਾਜ ਨੇ। ਆਪਣੀ ਕਲਗੀ ਜਿਗਾ ਗਰੀਬ ਨਵਾਜ ਸਾਹਿਬ ਜੀ ਨੇ ਪੰਜਾਂ ਦੇ ਵਿੱਚੋਂ ਇੱਕ ਸਿੰਘ ਦੇ ਸੀਸ ਤੇ ਸਜਾਈ ਹੈ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਭਾਈ ਸੰਤ ਸਿੰਘ ਜੀ ਦੇ ਸੀਸ ਤੇ ਮਹਾਰਾਜ ਨੇ ਆਪਣੀ ਕਲਗੀ ਜਿਗਾ ਸਜਾਈ ਹੈ। ਸ਼ਸਤਰ ਸਿੰਘਾਂ ਨੂੰ ਮਹਾਰਾਜ ਨੇ ਗਾਤਰੇ ਪਵਾਏ, ਕਮਰ ਕੱਸੇ ਲਵਾਏ। ਫਿਰ ਪੰਜਾਂ ਸਿੰਘਾਂ ਦੀਆਂ 3 ਪਰਿਕਰਮਾ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। 3 ਪਰਿਕਰਮਾ ਵੇਖੋ ਕੈਸੀ ਗੁਰੂ ਕੀ ਮਹਿਮਾ ਹੈ। ਸਿੱਖ ਗੁਰੂ ਸਾਹਿਬ ਨੂੰ ਨਮਸਕਾਰ ਕਰਦਾ ਹੈ, ਗੁਰੂ ਕੀਆਂ ਪਰਿਕਰਮਾ ਕਰਦਾ ਹੈ ਤੇ ਗੁਰੂ ਆਪਣੇ ਸਿੱਖਾਂ ਦੀਆਂ ਪਰਿਕਰਮਾ ਕਰਦਾ ਹੈ, ਆਪਣੇ ਸਿੰਘਾਂ ਦੀਆਂ ਪਰਿਕਰਮਾ ਕਰਦੇ ਹਨ। ਜਿਵੇਂ ਕਦੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੇ ਪੰਜਾਂ ਸਿੰਘਾਂ ਦੇ ਸੀਸ ਲਏ ਤੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਪੰਜਾਂ ਤੋਂ ਆਪ ਛਕਿਆ ਸੀ। ਤਾਂ ਹੀ ਆਖਿਆ ਵਹਿ ਪ੍ਰਗਟਿਓ ਮਰਦਿਆ ਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੋਰ ਚੇਲਾ। ਸਿੱਖ ਗੁਰੂ ਦੇ ਚਰਨਾਂ ਦੀ ਚਰਨ ਧੂੜ ਮੰਗਦਾ ਹੈ, ਗੁਰੂ ਸਾਹਿਬ ਦੀਆਂ ਪਰਿਕਰਮਾ ਕਰਦਾ ਹੈ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ ਤੇ ਗੁਰੂ ਸਾਹਿਬ ਪ੍ਰੇਮ ਵਿੱਚ ਆ ਕੇ ਸਿੱਖਾਂ ਦੇ ਚਰਨਾਂ ਦੀ ਧੂੜ ਵੀ ਮੰਗ ਲੈਂਦੇ ਕਈ ਵਾਰੀ ਪ੍ਰੇਮ ਵਿੱਚ ਆ ਕੇ। ਗੁਰਬਾਣੀ ਚ ਮਹਾਰਾਜ ਦਾ ਬਚਨ ਆ, ਗੁਰ ਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ 3 ਪਰਿਕਰਮਾ ਕੀਤੀਆਂ ਪੰਜਾਂ ਸਿੰਘਾਂ ਦੀਆਂ। ਸਾਹਮਣੇ ਖਲੋ ਕੇ ਤੇ ਗਰੀਬ ਨਵਾਜ ਸਾਹਿਬ ਜੀ ਨੇ ਪੰਜਾਂ ਦੀ ਵਡਿਆਈ ਕੀਤੀ। ਕਹਿਣ ਲੱਗੇ ਜਿਹੜੇ ਰਹਿਤ ਵਿੱਚ ਤਿਆਰ ਬਰ ਤਿਆਰ 5 ਸਿੰਘ ਹਨ, ਗੁਰਬਾਣੀ ਦੇ ਨਿਤਨੇਮੀ ਪ੍ਰੇਮੀ, ਬਾਣੀ ਬਾਣੇ ਵਿੱਚ ਤਿਆਰ ਬਰ ਤਿਆਰ 5 ਕਕਾਰਾਂ ਦੀ ਰਹਿਤ ਰੱਖਣ ਵਾਲੇ, ਬੱਜਰ ਕਰੇਤਾਂ ਤੋਂ ਬਚਣ ਵਾਲੇ, ਨਾਮ ਰਸੀਏ ਬਾਣੀ ਰਸੀਏ, ਉਹਨਾਂ 5 ਸਿੰਘਾਂ ਵਿੱਚ ਮੇਰਾ ਹਮੇਸ਼ਾ ਵਾਸਾ ਹੈ, ਮੈਂ ਵਸਾਂਗਾ। ਜਿਵੇਂ ਮਹਾਰਾਜ ਨੇ ਆਖਿਆ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਐਸੇ ਬਚਨ ਮਹਾਰਾਜ ਨੇ ਕੀਤੇ। ਪਰ ਨਾਲ ਕਹਿ ਦਿੱਤਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਸਾਹਿਬ ਉਹ ਹੈ, ਖਾਲਸਾ ਉਹ ਹੈ ਜਿਹੜਾ ਰਹਿਣੀ ਵਿੱਚ ਰਹਿੰਦਾ। ਗਰੀਬ ਨਵਾਜ ਨੇ ਆਖਿਆ ਵੀ 5 ਸਿੰਘਾਂ ਵਿੱਚ ਮੇਰਾ ਹਮੇਸ਼ਾ ਵਾਸਾ ਹੈ। 5 ਮਿਲਣਗੇ, ਉਹ ਪੀਰਾਂ ਦੇ ਪੀਰ ਹੋਇਆ ਕਰਨਗੇ, ਉਹਨਾਂ ਤੋਂ ਵੱਡਾ ਪੀਰ ਹੀ ਕੋਈ ਨਹੀਂ। ਖੰਡੇ ਬਾਟੇ ਦੇ ਅੰਮ੍ਰਿਤ ਦੀ ਮਰਿਆਦਾ ਸਿੱਖੀ 5 ਤੋਂ ਪ੍ਰਾਪਤ ਹੋਵੇਗੀ। ਖੰਡੇ ਬਾਟੇ ਦਾ ਅੰਮ੍ਰਿਤ 5 ਛਕਾਇਆ ਕਰਨਗੇ, 5 ਸਿੰਘ ਤਿਆਰ ਬਰ ਤਿਆਰ। ਜੇ ਕੋਈ ਭੁੱਲ ਗਲਤੀ ਕਰੇਗਾ ਪੰਥ ਦੇ ਵਿੱਚ, ਤਨਖਾਹੀਆ ਹੋਵੇਗਾ ਤੇ ਉਸ ਦੀ ਅਰਦਾਸ ਕਰਕੇ ਉਹਨੂੰ ਤਨਖਾਹ ਲਾ ਕੇ 5 ਬਖਸ਼ਿਆ ਕਰਨਗੇ। 5 ਸਿੰਘ ਜਿਹੜਾ ਫੈਸਲਾ ਕਰਨਗੇ ਉਹ ਨਿਸਫਲ ਨਹੀਂ ਹੋਵੇਗਾ। ਮਹਾਰਾਜ ਨੇ ਆਖਿਆ 5 ਸਿੰਘਾਂ ਨੂੰ ਜਿਹੜਾ ਬਸਤਰ ਭੇਟ ਕਰੇਗਾ, ਪ੍ਰਸ਼ਾਦਾ ਛਕਾਵੇਗਾ, 5 ਸਿੰਘਾਂ ਤੋਂ ਜੋ ਅਰਦਾਸ ਬੇਨਤੀ ਕਰਾਵੇਗਾ ਉਹਦੀ ਪੂਰੀ ਹੋਇਆ ਕਰੇਗੀ। 5 ਸਿੰਘਾਂ ਦੀ ਸੇਵਾ ਕਰਨ ਵਾਲੇ ਦੀ ਸੇਵਾ ਸਫਲੀ ਹੋਵੇਗੀ। ਐਸੀਆਂ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ 5 ਨੂੰ ਕੀਤੀਆਂ। ਫਿਰ ਗਰੀਬ ਨਵਾਜ ਨੇ ਗੜੀ ਛੱਡੀ। 3 ਸਿੰਘ ਮਹਾਰਾਜ ਦੇ ਨਾਲ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ ਜੀ, ਤੇ 3 ਸਿੰਘਾਂ ਨੂੰ ਮਹਾਰਾਜ ਸਾਹਿਬ ਨੇ ਬਚਨ ਕੀਤਾ ਵੀ ਸਿੰਘੋ ਆਓ ਸਾਹਮਣੇ ਤਾਰਾ ਵੇਖੋ। ਤਾਰਾ
ਆਪਾਂ ਲੱਖਾਂ ਫੌਜ ਦੇ ਵਿੱਚ ਦੀ ਨਿਕਲ ਕੇ ਜਾਣਾ ਹੈ। ਆਪਾਂ ਆਪਸ ਵਿੱਚ ਵਿਛੜ ਵੀ ਜਾਵਾਂਗੇ, ਅੱਗੇ ਪਿੱਛੇ ਹੋ ਜਾਵਾਂਗੇ। ਇਸ ਤਾਰੇ ਦੀ ਸੇਧ ਲੈ ਕਰਕੇ ਇਸ ਨੂੰ ਸਿੱਧੇ ਆ ਕਰਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਜਾਇਓ। ਤੇ ਜੇ ਰਾਤ ਨਾ ਮਿਲ ਸਕੇ ਤੇ ਘਬਰਾਇਓ ਨਾ, ਕੋਈ ਚਿੰਤਾ ਨਾ ਕਰਿਓ, ਦਿਨੇ ਮਿਲ ਪਿਓ ਆ ਕੇ। ਮਹਾਰਾਜ ਕਹਿੰਦੇ ਅਸੀਂ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚਾਂਗੇ, ਤੁਸੀਂ ਵੀ ਉੱਥੇ ਆ ਜਾਇਓ। ਜਦੋਂ ਗੜੀ ਛੱਡ ਕਰਕੇ ਕੁਝ ਦੂਰੀ ਤੇ ਗਏ ਆ ਮਹਾਰਾਜ ਸਾਹਿਬ ਜੀ, ਤੇ ਸਤਿਗੁਰੂ ਇਹਨਾਂ ਤਿੰਨਾਂ ਸਿੰਘਾਂ ਨੂੰ ਕਹਿਣ ਲੱਗੇ ਕਿ ਸਿੰਘੋ ਅਸੀਂ ਹੁਣ ਰੌਲਾ ਪਾਉਣਾ ਚਾਹੁੰਦੇ ਹਾਂ, ਸਾਰੀ ਇਹ ਫੌਜ ਨੂੰ ਦੱਸ ਕੇ ਜਾਣਾ ਚਾਹੁੰਦੇ ਹਾਂ। ਨਾਲੇ ਅਸੀਂ ਤਾੜੀ ਮਾਰਾਂਗੇ 3 ਵਾਰੀ, ਤੇ ਨਾਲੇ ਇਹ ਤੁਰਕਾਂ ਦੀ ਪਹਾੜੀਆਂ ਦੀ ਫੌਜ ਨੂੰ ਦੱਸਾਂਗੇ ਵੀ ਅਸੀਂ ਜਾ ਰਹੇ ਹਾਂ, ਸਾਨੂੰ ਜਿਸ ਨੇ ਫੜਨਾ ਉਹ ਫੜ ਲਵੇ। ਗਰੀਬ ਨਵਾਜ ਸਾਹਿਬ ਜੀ ਨੇ ਫਿਰ ਉੱਥੇ ਉੱਚੀ ਥਾਂ ਤੇ ਖਲੋ ਕੇ, ਟਿੱਬੀ ਜੀ ਉੱਚੀ ਹੈ, ਉਸ ਥਾਂ ਤੇ ਖਲੋ ਕੇ ਮਹਾਰਾਜ ਨੇ 3 ਵਾਰੀ ਤਾੜੀ ਮਾਰੀ। ਰਾਤ ਦਾ ਸਮਾਂ ਹੈ ਤੇ ਦੂਰ ਦੂਰ ਤੀਕ ਤਾੜੀ ਦੀ ਆਵਾਜ਼ ਸੁਣਾਈ ਦਿੱਤੀ ਹੈ। ਤੇ ਫਿਰ ਮਹਾਰਾਜ ਨੇ 3 ਵਾਰੀ ਬਚਨ ਕੀਤਾ ਹੈ। ਸਤਿਗੁਰੂ ਜੀ ਨੇ ਆਖਿਆ ਵੀ ਅਸੀਂ ਜਾ ਰਹੇ ਹਾਂ, ਜਿਸ ਦੇ ਵਿੱਚ ਤਾਕਤ ਹੈ, ਜਿਸ ਦੇ ਵਿੱਚ ਬਲ ਹੈ, ਸਾਨੂੰ ਫੜ ਲਵੇ। ਅਸੀਂ ਖਾਲਸੇ ਦਾ ਬਚਨ ਮੰਨ ਕੇ ਜਾ ਰਹੇ ਹਾਂ। ਉਂਝ ਜਾਣਾ ਨਹੀਂ ਸੀ ਮਹਾਰਾਜ ਨੇ, ਪਰ 5 ਸਿੰਘਾਂ ਨੇ ਆਖਿਆ ਸੀ ਕਿ ਮਹਾਰਾਜ ਜੇ ਤੁਸੀਂ ਇੱਥੇ ਸ਼ਹੀਦੀ ਪਾ ਗਏ, ਤੁਹਾਨੂੰ ਇੱਥੇ ਕੁਝ ਹੋ ਗਿਆ, ਤੇ ਸਾਡਾ ਕੌਮ ਦਾ ਪੰਥ ਦਾ ਕੌਣ ਵਾਲੀ ਵਾਰਸ ਹੈ? ਤੁਸੀਂ ਜਿੱਥੇ ਹੋਵੋਗੇ ਸਾਡੇ ਵਰਗੇ ਲੱਖਾਂ ਸਿੱਖ ਪੈਦਾ ਕਰ ਲਓਗੇ, ਅਸੀਂ ਲੱਖਾਂ ਮਿਲ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਇਹ ਸਿੰਘਾਂ ਨੇ ਬੇਨਤੀ ਕੀਤੀ ਸੀ ਗੜੀ ਦੇ ਵਿੱਚ। ਇਸ ਕਰਕੇ ਮਹਾਰਾਜ ਉੱਥੇ ਖਲੋ ਕੇ 3 ਵਾਰੀ ਤਾੜੀ ਮਾਰੀ ਹੈ ਤੇ ਆਖਿਆ ਹੈ, ਹਿੰਦੇ ਪੀਰ ਮੇਰ ਵੱਧ, ਹਿੰਦੇ ਪੀਰ ਮੇਰ ਵੱਧ। ਵੀ ਹਿੰਦ ਦਾ ਪੀਰ, ਉਹ ਕਹਿੰਦੇ ਸੀ ਨਾ ਮਹਾਰਾਜ ਨੂੰ ਹਿੰਦ ਦਾ ਪੀਰ। ਸਤਿਗੁਰੂ ਕਹਿੰਦੇ ਹਿੰਦ ਦਾ ਪੀਰ ਜਾ ਰਿਹਾ ਹੈ, ਜਿਸ ਦੇ ਵਿੱਚ ਤਾਕਤ ਹੈ ਫੜ ਲਵੋ। 3 ਵਾਰੀ ਆਖਿਆ ਉੱਚੀ ਆਵਾਜ਼ ਦੇ ਵਿੱਚ, ਦੂਰ ਦੂਰ ਤੀਕ ਸੁਣਾਈ ਦਿੱਤਾ। ਫੌਜਾਂ ਵਿੱਚ ਹਫੜਾ ਦਫੜੀ ਮੱਚ ਗਈ, ਭੱਜ ਭੱਜ ਕੇ ਆਉਣ ਲੱਗ ਪਏ। ਰਾਤ ਦੇ ਹਨੇਰੇ ਦੇ ਵਿੱਚ, ਭਾਵੇਂ ਚਾਨਣੀ ਰਾਤ ਲਿਖੀ ਇਤਿਹਾਸ ਵਿੱਚ, ਪਰ ਫਿਰ ਵੀ ਤਾਂ ਇਸ ਤਰ੍ਹਾਂ ਦਾ ਮੌਸਮ ਹੈ, ਰਾਤ ਹੈ, ਤੇ ਆਪਸ ਦੇ ਵਿੱਚ ਹੀ ਉਹਨਾਂ ਦੀ ਲੜਾਈ ਹੋ ਗਈ। ਪਹਾੜੀਆਂ ਦੀ ਫੌਜ ਦੀ, ਤੁਰਕਾਂ ਦੀ ਫੌਜ ਦੀ, ਆਪਸ ਦੇ ਵਿੱਚ ਹੀ ਇੱਕ ਦੂਜੇ ਨੂੰ ਮਾਰਨ ਲੱਗ ਪਏ, ਇੱਕ ਦੂਜੇ ਨੂੰ ਵੱਢਣ ਲੱਗ ਪਏ। ਤਾਂ ਬਹੁਤ ਫੌਜ ਜਿਹੜੀ ਸੀ ਇਸ ਰਾਤ 8 ਪੋਹ ਦੀ ਰਾਤ ਉਹਨਾਂ ਦੀ ਆਪਸ ਵਿੱਚ ਹੀ ਲੜਾਈ ਕਰ ਕਰਕੇ ਮਰੀ। ਤੇ ਵਿੱਚੋਂ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਫੌਜ ਨੂੰ ਚੀਰਦੇ ਹੋਏ ਤੇ ਅੱਗੇ ਨਿਕਲ ਗਏ। 3 ਸਿੰਘ ਵੀ ਇੱਕ ਪਾਸੇ ਦੀ ਉਹ ਦਲ ਦੇ ਵਿੱਚ ਦੀ ਅੱਗੇ ਨਿਕਲ ਗਏ। ਅੱਗੇ ਜਾ ਕਰਕੇ ਮਹਾਰਾਜ ਫਿਰ ਇੱਕ ਝਾੜ ਦੇ ਹੇਠਾਂ ਬੈਠਦੇ ਆ। ਇੱਕ ਜੰਡ ਦੇ ਰੁੱਖ ਹੇਠਾਂ ਪਹਿਲਾਂ ਬੈਠਦੇ, ਜੰਡ ਦੇ ਰੁੱਖ ਹੇਠਾਂ। ਉੱਥੇ ਰਾਤ ਦਾ ਸਮਾਂ ਸੀ ਤੇ 2 ਜਾਣੇ ਉੱਥੇ ਆਪਣੀਆਂ ਮੱਝਾਂ ਲੱਭਦੇ ਫਿਰਦੇ ਸੀ। ਉਹਨਾਂ ਦੀਆਂ ਮੱਝਾਂ ਗਵਾਚੀਆਂ, ਇਤਿਹਾਸ ਵਿੱਚ ਲਿਖਿਆ। ਇੱਕ ਮਾਲਕ ਹੈ ਤੇ ਇੱਕ ਪਾਲਕ ਹੈ, ਇੱਕ ਨੌਕਰ ਹੈ, ਮੱਝਾਂ ਨੂੰ ਚਾਰਨ ਵਾਲਾ। ਉਹ ਜਦੋਂ ਮਾਲਕ ਨੇ ਵੇਖਿਆ ਮਹਾਰਾਜ ਨੂੰ ਜੰਡ ਦੇ ਦਰਖਤ ਹੇਠਾਂ ਬੈਠਿਆਂ, ਤੇ ਉਸਨੇ ਸਤਿਗੁਰੂ ਜੀ ਨੂੰ ਵੇਖ ਕਰਕੇ ਤੇ ਮੱਥਾ ਟੇਕਿਆ, ਨਮਸਕਾਰ ਕੀਤੀ। ਤੇ ਸਤਿਗੁਰੂ ਕਹਿਣ ਲੱਗੇ, ਕੌਣ ਆ ਭਾਈ ਤੂੰ? ਕਹਿਣ ਲੱਗਾ, ਜੀ ਸਾਡੀਆਂ ਮੱਝਾਂ ਗਵਾਚੀਆਂ ਤੇ ਅਸੀਂ ਮੱਝਾਂ ਲੱਭਦੇ ਫਿਰਦੇ ਹਾਂ। ਤੇ ਜਿਹੜਾ ਉਹਦਾ ਨੌਕਰ ਸੀ, ਉਹ ਥੋੜਾ ਜਿਹਾ ਪਿੱਛੇ ਸੀ, ਉਹਨੇ ਆਖਿਆ, ਜੀ ਕੀ ਮੱਝਾਂ ਲੱਭ ਗਈਆਂ? ਤੁਸੀਂ ਕਿਹਦੇ ਨਾਲ ਗੱਲਬਾਤ ਕਰਦੇ ਹੋ? ਕਹਿੰਦਾ, ਨਹੀਂ ਮੱਝਾਂ ਨਹੀਂ ਲੱਭੀਆਂ, ਇੱਥੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਆ ਜੰਡ ਹੇਠਾਂ। ਉਹ ਕਹਿਣ ਲੱਗਾ, ਨਹੀਂ ਭੁਲੇਖਾ ਪਿਆ ਹੋਣਾ ਤੁਹਾਨੂੰ, ਗੁਰੂ ਗੋਬਿੰਦ ਸਿੰਘ ਤੇ ਗੜੀ ਵਿੱਚ ਘਿਰੇ ਹੋਏ ਆ, ਲੱਖਾਂ ਫੌਜਾਂ ਨੇ ਘੇਰਾ ਪਾਇਆ ਹੈ, ਹੋਰ ਕੋਈ ਹੋਣਾ। ਉਹ ਮਾਲਕ ਨੇ ਆਪਣੇ ਨੌਕਰ ਨੂੰ ਆਖਿਆ, ਨਹੀਂ ਹੋਰ ਕੋਈ ਨਹੀਂ, ਉਹ ਫੌਜਾਂ ਦੇ ਘੇਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਹੀ ਨਿਕਲ ਕੇ ਆ ਕੇ ਇੱਥੇ ਬੈਠੇ ਹੋਏ ਆ। ਸਤਿਗੁਰੂ ਕਹਿਣ ਲੱਗੇ, ਉੱਚੀ ਨਾ ਬੋਲ, ਉਰੇ ਆ ਸਾਡੇ ਕੋਲੇ, ਤੈਨੂੰ ਕੋਈ ਪਦਾਰਥ ਦਈਏ। ਮਹਾਰਾਜ ਦੇ ਕੋਲੇ ਆਇਆ। ਸਤਿਗੁਰੂ ਜੀ ਨੇ ਹੀਰਿਆਂ ਜਵਾਹਰਾਂ ਦਾ ਜੜਿਆ ਹੋਇਆ ਇੱਕ ਖੰਜਰ ਦਿੱਤਾ। ਕਹਿਣ ਲੱਗੇ, ਲੈ ਉੱਚੀ ਨਾ ਬੋਲ, ਖੰਜਰ ਦੇਣੇ ਤੈਨੂੰ, ਇਹ ਲੈ ਕੇ ਚਲ ਜਾ। ਜਦੋਂ ਖੰਜਰ ਲੈ ਲਿਆ ਉਹਨੇ ਮਹਾਰਾਜ ਦੇ ਪਾਸੋਂ, ਥੋੜਾ ਜਿਹਾ ਪਿਛਾਂਹ ਹੋ ਕਰਕੇ ਤੇ ਉਹਦੀ ਨੀਤ ਬਦਲ ਗਈ। ਉਹਦੇ ਮਨ ਵਿੱਚ ਖਿਆਲ ਆਇਆ,
ਵੀ ਮੈਂ ਰੌਲਾ ਪਾ ਕੇ ਦੱਸ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਵਾ ਦੇਵਾਂ, ਦੱਸ ਦੇਵਾਂ ਉੱਚੀ ਬੋਲ ਕੇ, ਫੌਜਾਂ ਨੂੰ ਆਵਾਜ਼ ਮਾਰਾਂ ਤੇ ਮੈਨੂੰ ਇਨਾਮ ਮਿਲੇਗਾ ਤੁਰਕਾਂ ਵੱਲੋਂ। ਤੇ ਸਤਿਗੁਰੂ ਜੀ ਨੇ ਅੰਦਰ ਦੀ ਜਾਣ ਕੇ ਉਹਨੂੰ ਆਵਾਜ਼ ਮਾਰੀ, ਕਹਿਣ ਲੱਗੇ ਉਰੇ ਆ, ਤੈਨੂੰ ਹੋਰ ਪਦਾਰਥ ਦਈਏ। ਜਦੋਂ ਫੇਰ ਮਹਾਰਾਜ ਦੇ ਪਾਸ ਆਇਆ, ਕਹਿੰਦੇ ਇੱਥੇ ਰੱਖ ਦੇ ਸਾਡਾ ਖੰਜਰ। ਜਦੋਂ ਰੱਖਣ ਲੱਗਾ ਤੇ ਵੱਟ ਕੇ ਚਪੇੜ ਮਾਰੀ ਮੂੰਹ ਤੇ ਮਹਾਰਾਜ ਨੇ ਜ਼ੋਰ ਦੇ ਨਾਲ, ਤੇ ਦੰਦ ਲਾ ਕੇ ਰੱਖ ਦਿੱਤੇ। ਦੰਦ ਟੁੱਟ ਵੀ ਗਏ ਉਹਦੇ। ਤੇ ਮੁੜ ਕੇ ਚੁੱਪ ਜੇ ਕਰਕੇ ਗੂੰਗਾ ਜਿਹਾ ਹੋ ਕੇ ਤੇ ਪਿਛਾਂਹ ਨੂੰ ਮੁੜ ਗਿਆ, ਫਿਰ ਨਹੀਂ ਬੋਲਿਆ। ਫਿਰ ਉਹ ਵੀ ਤੇ ਉਹਦਾ ਨੌਕਰ ਵੀ ਉੱਥੋਂ ਚਲੇ ਗਏ। ਫਿਰ ਇੱਥੋਂ ਮਹਾਰਾਜ ਸਾਹਿਬ ਜੀ ਅੱਗੇ ਸਾਧ ਸੰਗਤ ਜੀ ਤੁਰ ਪੈਂਦੇ ਆ। ਅੱਗੇ ਝਾੜ ਜਿਹਾ ਤੇ ਉਹਦੇ ਹੇਠਾਂ ਮਹਾਰਾਜ ਆ ਕੇ ਬੈਠਦੇ ਆ। ਕੰਡਿਆ ਝਾੜੀਆਂ ਥਾਣੀ ਸਫ਼ਰ ਕਰਕੇ ਆਏ ਸੀ ਮਹਾਰਾਜ ਸਾਹਿਬ। ਉੱਥੇ ਆ ਕੇ ਉਹ ਝਾੜ ਦੇ ਹੇਠਾਂ ਬੈਠ ਕਰਕੇ, ਦਰਖਤਾਂ ਦੀ ਝਿੜੀ ਜੀ ਝਾੜ, ਤਾਂ ਉੱਥੇ ਜੋੜਾ ਵੀ ਮਹਾਰਾਜ ਝਾੜ ਦੇ ਜੋੜੇ ਦੇ ਵਿੱਚ ਰੇਤਾ ਭਰ ਜਾਂਦੀ, ਮਹਾਰਾਜ ਦੇ ਮਿੱਟੀ ਭਰ ਜਾਂਦੀ ਹੈ, ਜੋੜਾ ਵੀ ਝਾੜਦੇ ਆ। ਇਸ ਕਰਕੇ ਕਵੀ ਜੀ ਨੇ ਆਖਿਆ ਵੀ ਉਹ ਝਾੜ ਹੇਠਾਂ ਬੈਠੇ ਸੀ, ਇਸ ਕਰਕੇ ਉਸ ਸਥਾਨ ਨੂੰ ਝਾੜ ਸਾਹਿਬ ਕਿਹਾ ਜਾਂਦਾ ਹੈ। ਦੂਸਰਾ ਇਹ ਵੀ ਹੈ ਵੀ ਉੱਥੇ ਬੈਠ ਕੇ ਮਹਾਰਾਜ ਦੇ ਜੋੜੇ ਵਿੱਚ ਰੇਤਾ ਪਈ ਹੋਈ ਸੀ, ਮਿੱਟੀ ਪਈ ਸੀ, ਤੇ ਆਪਣਾ ਜੋੜਾ ਝਾੜਿਆ। ਜੋੜਾ ਝਾੜਨ ਕਰਕੇ ਵੀ ਉਸ ਸਥਾਨ ਨੂੰ ਝਾੜ ਸਾਹਿਬ ਕਿਹਾ ਜਾਂਦਾ ਹੈ, ਝਾੜ ਸਾਹਿਬ ਅਸਥਾਨ। ਮਹਾਰਾਜ ਉੱਥੋਂ ਥੋੜ੍ਹਾ ਜਿਹਾ ਅੱਗੇ ਚੱਲਦੇ ਆ ਤੇ ਖੂਹ ਤੋਂ ਗਰੀਬ ਨਵਾਜ ਹਲਟ ਦੇ ਨਾਲ ਉਹ ਇੱਕ ਟਿੰਡ ਖੋਲ੍ਹਦੇ। ਟਿੰਡ ਖੋਲ੍ਹ ਕੇ ਕਈਆਂ ਗੁਰਮੁਖਾਂ ਨੇ ਲਿਖਿਆ ਵੀ ਉੱਥੋਂ ਮਹਾਰਾਜ ਨੇ ਜਲ ਵੀ ਛਕਿਆ। ਫਿਰ ਤਾਂ ਉਹ ਟਿੰਡ ਖੋਲ੍ਹ ਕਰਕੇ ਆਪਣਾ ਜਿਹੜਾ ਇੱਕ ਬਸਤਰ ਸੀ ਉਹਦੇ ਵਿੱਚ ਉਹ ਟਿੰਡ ਦੇ ਉੱਤੇ ਲਪੇਟ ਕੇ ਉਹਨੂੰ ਮਹਾਰਾਜ ਸਾਹਿਬ ਜੀ ਉੱਥੇ ਦਰਖਤ ਦੇ ਨਾਲ ਰੱਖ ਕੇ, ਤੇ ਗਰੀਬ ਨਵਾਜ ਸਾਹਿਬ ਜੀ ਕੁਝ ਥਕੇਵਾਂ, ਜਿਵੇਂ ਇਤਿਹਾਸ ਦੇ ਜਿਵੇਂ ਭਾਵਨਾ ਹੈ, ਕਿਉਂਕਿ ਸਤਿਗੁਰੂ ਨੂੰ ਉਂਝ ਤਾਂ ਥਕੇਵਾਂ ਕੀ ਹੋਣਾ, ਸਰਬ ਕਲਾ ਸਮਰੱਥ ਹੈ, ਪਰ ਮਹਾਰਾਜ ਮਾਨਵੀ ਲੀਲਾ ਕਰ ਰਹੇ, ਆਮ ਸੰਸਾਰੀ ਮਨੁੱਖਾਂ ਦੀ ਤਰ੍ਹਾਂ ਲੀਲਾ ਕਰ ਰਹੇ, ਕੌਤਕ ਕਰ ਰਹੇ। ਉਸੇ ਤਰ੍ਹਾਂ ਹੀ ਉਹੀ ਤੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਆ ਗਰੀਬ ਨਵਾਜ। ਤਾਂ ਸਤਿਗੁਰੂ ਜੀ ਹੁਣ ਜਿਉਂ ਆਨੰਦਪੁਰ ਸਾਹਿਬ ਤੋਂ ਚੱਲੇ ਆ, ਨਾ ਕਿਤੇ ਕੋਈ ਆਰਾਮ ਕੀਤਾ ਹੈ, ਨਾ ਕੁਝ ਛਕਿਆ ਹੈ, ਸਰੀਰ ਥੱਕਿਆ ਹੈ। ਪੈਂਡਾ ਵੀ ਕਿੰਨਾ ਕਰਕੇ ਆਏ ਆ, ਚਰਨਾਂ ਦੇ ਵਿੱਚ ਛਾਲੇ ਵੀ ਪਏ ਹੋਏ ਆ, ਤੇ ਉਹ ਟਿੰਡ ਦਾ ਸਰਾਣਾ ਲਾ ਕਰਕੇ ਸਤਿਗੁਰੂ ਜੀ ਫਿਰ ਉੱਥੇ ਕੁਝ ਸਮਾਂ ਮਹਾਰਾਜ ਲੰਮੇ ਪੈਂਦੇ ਆ। ਗਰੀਬ ਨਵਾਜ ਸਾਹਿਬ ਦੇ ਕੋਲੇ ਸ੍ਰੀ ਸਾਹਿਬ ਹੈ, ਤੀਰ ਕਮਾਨ ਹੈ, ਹੋਰ ਸ਼ਸਤਰ ਹਨ। ਤਾਂ ਸਤਿਗੁਰੂ ਸਾਹਿਬ ਜੀ ਕੁਝ ਸਮਾਂ ਉੱਥੇ ਆਰਾਮ ਕਰਦੇ ਹਨ। ਇਹ ਸਾਧ ਸੰਗਤ ਜੀ ਅੱਜ ਦੀ ਰਾਤ ਦਾ 8 ਪੋਹ ਦੀ ਰਾਤ ਜਿਵੇਂ ਮਹਾਰਾਜ ਸਾਹਿਬ ਜੀ ਨੇ ਗੜੀ ਛੱਡੀ ਤੇ ਇੱਥੇ ਆਏ, ਉਧਰਲੇ ਪਾਸੇ ਜਦੋਂ ਅੱਜ ਦਾ ਇਹ ਦਿਨ ਚੜ੍ਹਦਾ ਹੈ, 8 ਪੋਹ ਦੀ ਰਾਤ ਲੰਘ ਜਾਂਦੀ ਹੈ ਤੇ ਹੁਣ 9 ਪੋਹ ਦਾ ਦਿਨ ਚੜ੍ਹਦਾ ਹੈ। ਤੇ ਅੰਦਰ ਕਈਆਂ ਗੁਰਮੁਖਾਂ ਨੇ, ਇਤਿਹਾਸਕਾਰਾਂ ਨੇ ਤਾਂ ਹੋਰ ਸਿੰਘਾਂ ਦਾ ਵੀ ਜ਼ਿਕਰ ਕੀਤਾ, ਪਰ ਭਾਈ ਸੰਤੋਖ ਸਿੰਘ ਜੀ ਨੇ ਦੋਵਾਂ ਸਿੰਘਾਂ ਦਾ ਹੀ ਜ਼ਿਕਰ ਕੀਤਾ ਵੀ 3 ਮਹਾਰਾਜ ਦੇ ਨਾਲ ਆ ਗਏ ਤੇ 2 ਗੜੀ ਵਿੱਚ ਰਹਿ ਗਏ, ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ। ਤੇ ਦੋਨਾਂ ਦਾ ਹੀ ਚਿਹਰਾ ਮੋਹਰਾ ਮਹਾਰਾਜ ਦੇ ਨਾਲ ਮਿਲਦਾ ਸੀ। ਇੱਕੋ ਜੀ ਉਮਰ, ਕਲਗੀਧਰ ਪਾਤਸ਼ਾਹ ਜਿੰਨੀ ਉਮਰ, ਇੱਕੋ ਜੀ ਉਸੇ ਤਰ੍ਹਾਂ ਦਾ ਦਾੜਾ ਦੋਵਾਂ ਸਿੰਘਾਂ ਦਾ ਹੀ, ਭਾਈ ਸੰਤ ਸਿੰਘ ਦਾ ਤੇ ਭਾਈ ਸੰਗਤ ਸਿੰਘ ਦਾ। ਇੱਕ ਜ਼ਿਕਰ ਹੋਰ ਵੀ ਭਾਈ ਸਾਹਿਬ ਨੇ ਕੀਤਾ, ਉਹ ਕਹਿੰਦੇ ਵੀ ਸਾਡੇ ਪੰਥ ਵਿੱਚ, ਸਿੱਖਾਂ ਦੇ ਵਿੱਚ ਇੱਕ ਗੱਲ ਤੇ ਵਿਵਾਦ ਵੀ ਚੱਲਦਾ ਹੈ ਵੀ ਕਈ ਕਹਿੰਦੇ ਆ ਕਲਗੀ ਸੰਗਤ ਸਿੰਘ ਨੂੰ ਦਿੱਤੀ ਆ, ਕਈ ਕਹਿੰਦੇ ਆ ਸੰਤ ਸਿੰਘ ਜੀ ਨੂੰ ਦਿੱਤੀ ਆ। ਕਹਿੰਦੇ ਵੀ ਇਸ ਗੱਲ ਦੇ ਉੱਤੇ ਝਗੜਾ ਨਾ ਕਰੋ, ਦੋਵੇਂ ਹੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਵਾ, ਤੇ ਮਹਾਰਾਜ ਨੇ ਵਡਿਆਈ ਤੇ ਪੰਜਾਂ ਨੂੰ ਦਿੱਤੀ ਆ ਨਾ, ਪਰਿਕਰਮਾ ਪੰਜਾਂ ਦੀਆਂ ਕੀਤੀਆਂ। ਕਲਗੀ ਇੱਕ ਸੀ, ਇੱਕ ਸਿੰਘ ਦੇ ਸੀਸ ਉੱਤੇ ਮਹਾਰਾਜ ਨੇ ਸਜਾਈ ਆ। ਇਸ ਕਰਕੇ ਇਸ ਗੱਲ ਤੇ ਝਗੜਾ ਨਹੀਂ ਕਰਨਾ ਚਾਹੀਦਾ, ਦੋਨਾਂ ਦੇ ਚਰਨ ਪੂਜਣੇ ਚਾਹੀਦੇ, ਦੋਨਾਂ ਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ, ਕਿਉਂਕਿ ਦੋਨਾਂ ਨੇ ਹੀ ਕੁਰਬਾਨੀ ਕੀਤੀ ਹੈ, ਸ਼ਹੀਦੀ ਪ੍ਰਾਪਤ ਕੀਤੀ ਹੈ। ਹੁਣ ਦੋਵਾਂ ਦਾ ਹੀ ਚਿਹਰਾ ਮਹਾਰਾਜ ਨਾਲ ਮਿਲਦਾ ਸੀ। ਭਾਈ ਸੰਤ ਸਿੰਘ ਦੇ ਸੀਸ ਤੇ ਕਲਗੀ ਸਾਜਦੀ ਹੈ ਤੇ ਉੱਚੀ ਅਟਾਰੀ 'ਚ ਜਿੱਥੇ ਮਹਾਰਾਜ ਆਪ ਤੀਰ ਚਲਾਉਂਦੇ ਸੀ ਉਹਨੂੰ ਉੱਥੇ ਬਿਠਾਇਆ ਗੜੀ ਛੱਡਣ ਤੋਂ ਪਹਿਲਾਂ। ਭਾਈ ਸੰਤ ਸਿੰਘ ਨੂੰ ਆਖਿਆ ਨਗਾਰੇ ਤੇ ਚੋਬਾਂ ਲਾਉਂਦੇ ਰਹਿਣਾ, ਨਾਲੇ ਤੀਰ ਚਲਾਉਂਦੇ ਰਹਿਣਾ, ਸ਼ਸਤਰਾਂ ਦੇ ਵਾਰ ਕਰਦੇ ਰਹਿਣਾ। ਅੱਜ ਉਹਨਾਂ ਨੇ ਅੱਜ ਦੇ ਦਿਨ ਮੁਕਾਬਲਾ ਕੀਤਾ ਤੇ 4 ਚੁਫੇਰੇ ਜਿੰਨੀ ਫੌਜ ਸੀ ਉਹਨਾਂ ਸਾਰਿਆਂ ਨੇ ਹਮਲਾ ਕੀਤਾ ਗੜੀ ਤੇ। ਜਿੰਨਾ ਚਿਰ ਸਰੀਰ ਵਿੱਚ ਸਵਾਸ ਸੀ, ਜਿੰਨਾ ਬਖਸ਼ਿਆ ਗੁਰੂ ਕਾ ਬਲ ਸੀ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਆਖਰੀ ਸਵਾਸ ਤੀਕ ਲੜਦੇ ਰਹੇ
ਤੇ ਅੱਜ ਦੇ ਦਿਨ 9 ਪੋਹ ਨੂੰ ਉਹਨਾਂ ਦੋਹਾਂ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਜਦੋਂ ਇਹ ਸਿੰਘ ਸ਼ਹੀਦ ਹੋਏ ਤੇ ਉਸ ਵੇਲੇ ਕਈਆਂ ਨੂੰ ਇਹ ਵੀ ਭੁਲੇਖਾ ਪਿਆ, ਭਾਵੇਂ ਰਾਤ ਨੂੰ ਮਹਾਰਾਜ ਸਾਹਿਬ ਜੀ ਨਿਕਲੇ ਦੱਸ ਕੇ ਹੀ ਗਏ ਸਨ, ਪਰ ਫਿਰ ਵੀ ਕਈਆਂ ਦਾ ਖਿਆਲ ਸੀ ਉਹ ਕਲਗੀ ਵੇਖ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ। ਪਰ ਉਹ ਬਹੁਤਿਆਂ ਨੇ ਰਾਤ ਜਿਹੜਾ ਸੀ ਹਫੜਾ ਦਫੜੀ ਮੱਚੀ, ਗੁਰੂ ਸਾਹਿਬ ਦੱਸ ਕੇ ਗਏ ਸੀ, ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੱਥੋਂ ਰਾਤ ਨਿਕਲ ਗਏ ਆ, ਕਿਉਂਕਿ ਰਾਤ ਉਹਨਾਂ ਨੇ ਆਵਾਜ਼ ਦਿੱਤੀ ਸੀ ਵੀ ਅਸੀਂ ਜਾ ਰਹੇ ਹਾਂ, ਸਾਨੂੰ ਜਿਸ ਨੇ ਫੜਨਾ ਫੜ ਲਓ। ਤੇ ਅੱਜ ਦੇ ਦਿਨ ਬਾਕੀ ਦੇ ਰਹਿੰਦੇ ਸਿੰਘਾਂ ਦੇ ਸਾਧ ਸੰਗਤ ਜੀ ਤਾਂ ਉੱਥੇ ਸ਼ਹਾਦਤ ਹੋਈ ਹੈ ਗੜੀ ਦੇ ਵਿੱਚ। ਉਹਨਾਂ ਲੱਖਾਂ ਫੌਜਾਂ ਨਾਲ ਮੁਕਾਬਲਾ ਕਰਦਿਆਂ ਹੋਇਆਂ ਗੁਰੂ ਕੇ ਲਾਲਾ ਨੇ ਸ਼ਹੀਦੀ ਪ੍ਰਾਪਤ ਕੀਤੀ। ਦੂਜੇ ਪਾਸੇ ਮਹਾਰਾਜ ਦੇ ਮਹਿਲ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਉਹ ਭਾਈ ਮਣੀ ਸਿੰਘ ਤੇ ਇੱਕ ਹੋਰ ਸਿੰਘ ਸੀ ਦਿੱਲੀ ਦਾ, ਇੱਕ ਰਾਤ ਰੋਪੜ ਰਹਿ ਕੇ ਤੇ ਫਿਰ ਦਿੱਲੀ ਵੱਲ ਨੂੰ ਚਲੇ ਗਏ ਸਨ। ਉਹ ਦਿੱਲੀ ਪਹੁੰਚ ਗਏ ਸਨ। ਬਾਕੀ ਦਾ ਅਗਲੇ ਦਿਨਾਂ ਵਿੱਚ ਆਪਾਂ ਨਾਲ ਨਾਲ ਇਤਿਹਾਸ ਵਿਚਾਰਾਂਗੇ। ਲੜੀਵਾਰ ਰੂਪ ਵਿੱਚ ਮਹਾਰਾਜ ਸਾਹਿਬ ਜੀ ਜਿਵੇਂ 901 ਅੰਗ ਤੇ ਸਤਿਗੁਰੂ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਪੰਜਵਾਂ। ਰਾਮ ਕਲੀ ਰਾਗ ਹੈ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਰੂਪ ਰੰਗ ਸੁਗੰਧ ਭੋਗ। ਮਹਾਰਾਜ ਸਾਹਿਬ ਜੀ ਫਰਮਾਉਂਦੇ ਆ ਵੀ ਸੰਸਾਰ ਦੇ ਜੀਵ ਰੂਪ ਦੇ ਵਿੱਚ ਫਸੇ ਹੋਏ ਆ। ਰੂਪ ਦੇ ਵਿੱਚ ਆਪਣੇ ਰੂਪ ਨੂੰ ਸਵਾਰਨ ਦੇ ਵਿੱਚ, ਰੰਗ ਦੇ ਵਿੱਚ ਫਸੇ ਹੋਏ ਹਨ। ਸੁਗੰਧੀਆਂ ਲਾਉਣ ਵਿੱਚ ਫਸੇ ਹੋਏ ਆ ਤੇ ਭੋਗਾਂ ਦੇ ਵਿੱਚ ਖਚਤ ਹੋ ਰਹੇ ਹਨ, ਵਿਕਾਰਾਂ ਨੂੰ ਭੋਗਣ ਦੇ ਵਿੱਚ। ਇਹ ਸਰੀਰ ਦੇ ਇੰਦਰੀਆਂ ਦੇ ਭੋਗਾਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਰੂਪ ਰੰਗ ਤੇ ਸੁਗੰਧੀਆਂ ਦੇ ਵਿੱਚ ਫਸੇ ਹੋਏ ਹਨ ਜੀ। ਆਪਣੇ ਰੂਪ ਦੇ ਮਾਣ ਦੇ ਵਿੱਚ, ਰੂਪ ਦੇ ਹੰਕਾਰ ਦੇ ਵਿੱਚ ਤੇ ਰੂਪ ਨੂੰ ਸਵਾਰਨ ਦੇ ਵਿੱਚ ਲੱਗੇ ਹੋਏ ਹਨ ਕਿ ਰੂਪ ਨੂੰ ਸਵਾਰਿਆ ਜਾਵੇ। ਰੰਗ, ਕਈ ਤਰ੍ਹਾਂ ਦੇ ਰੰਗ ਲਾਏ ਜਾਂਦੇ ਹਨ, ਭਾਵੇਂ ਕਾਲਾ ਹੀ ਹੋਵੇ ਰੰਗ, ਪਰ ਉਹਨੂੰ ਸਵਾਰਨ ਵਾਸਤੇ ਕਈ ਤਰ੍ਹਾਂ ਦੇ ਉੱਤੇ ਰੰਗ ਲਾਉਂਦੇ ਆਪਣੇ ਚਿਹਰੇ ਦੇ ਉੱਤੇ। ਫਿਰ ਸੁਗੰਧੀਆਂ ਲਾਈਆਂ ਜਾਂਦੀਆਂ, ਕਈ ਤਰ੍ਹਾਂ ਦੇ ਪਾਊਡਰ ਆਦਿਕ ਮਲੇ ਜਾਂਦੇ ਆ। ਤੇ ਮਹਾਰਾਜ ਕਹਿੰਦੇ ਇਹਨਾਂ ਭੋਗਾਂ ਦੇ ਵਿੱਚ ਜੀਵ ਫਸੇ ਹੋਏ ਹਨ। ਸਤਿਗੁਰੂ ਜੀ ਨੇ ਸਾਨੂੰ ਹਰੇਕ ਪੱਖ ਤੋਂ ਸਾਵਧਾਨ ਕੀਤਾ, ਸੁਚੇਤ ਕੀਤਾ ਹੈ ਵੀ ਸਾਡਾ ਖਾਣਾ ਕਿਹੋ ਜਿਹਾ ਹੋਣਾ ਚਾਹੀਦਾ, ਸਾਡਾ ਪੀਣਾ ਕਿਹੋ ਜਿਹਾ ਹੋਣਾ ਚਾਹੀਦਾ, ਸਾਡਾ ਪਹਿਨਣਾ ਕਿਹੋ ਜਿਹਾ ਹੋਣਾ ਚਾਹੀਦਾ। ਇਹ ਸਾਰਾ ਉਪਦੇਸ਼ ਧੁਰ ਕੀ ਬਾਣੀ 'ਚ ਸਾਨੂੰ ਦਿੱਤਾ ਹੈ ਮਹਾਰਾਜ ਸਾਹਿਬ ਨੇ ਸੰਸਾਰੀ ਜੀਵਾਂ ਨੂੰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਬਚਨ ਇੱਕ ਆਉਂਦਾ ਹੈ ਸ੍ਰੀ ਰਾਗ ਦੇ ਵਿੱਚ। ਉੱਥੇ ਮਹਾਰਾਜ ਨੇ ਖਾਣ ਦੀ ਵੀ ਗੱਲ ਕੀਤੀ ਹੈ, ਪਹਿਨਣ ਦੀ ਵੀ ਗੱਲ ਕੀਤੀ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ। ਆਖਿਆ ਵੀ ਉਹ ਖਾਣਾ ਖੁਸ਼ੀ ਨੂੰ ਖੁਰਾਬ ਕਰਨ ਵਾਲਾ ਹੈ ਜਿਸ ਖਾਣ ਦੇ ਨਾਲ ਤੇਰਾ ਸਰੀਰ ਵਿਕਾਰਾਂ ਵਿੱਚ ਪੀੜਿਆ ਜਾਵੇ, ਤੇਰੇ ਮਨ ਵਿੱਚ ਵਿਕਾਰਾਂ ਦੇ ਫੁਰਨੇ ਚੱਲਣ। ਖਾਣ ਦਾ ਵੀ ਅਸਰ ਹੁੰਦਾ ਹੈ। ਆਮ ਹੀ ਗੁਰਮੁਖਾਂ ਦਾ ਬਚਨ ਹੈ ਵੀ ਜਿਹੋ ਜਿਹਾ ਮਨੁੱਖ ਅੰਨ ਖਾਂਦਾ ਹੈ ਉਹੋ ਜਿਹਾ ਉਹਦੇ ਮਨ ਤੇ ਪ੍ਰਭਾਵ ਪੈਂਦਾ ਹੈ। ਜੈਸਾ ਅੰਨ ਤੈਸਾ ਮਨ। ਉਹੋ ਜਿਹਾ ਮਨ ਦੀ ਹਾਲਤ ਬਣਦੀ ਹੈ, ਉਸ ਤਰ੍ਹਾਂ ਦਾ ਮਨ ਦਾ ਸੁਭਾਅ ਬਣਦਾ ਹੈ। ਖਾਣ ਦਾ ਅਸਰ ਹੁੰਦਾ ਹੈ ਮਨ ਦੇ ਉੱਤੇ। ਔਰ ਇਸੇ ਤਰ੍ਹਾਂ ਵੇਖਣ ਦਾ ਵੀ ਅਸਰ ਹੁੰਦਾ ਹੈ। ਜਿਸ ਤਰ੍ਹਾਂ ਦਾ ਕੁਝ ਵੇਖਦਾ ਹੈ ਉਹਦਾ ਪ੍ਰਭਾਵ ਮਨੁੱਖ ਦੇ ਮਨ ਤੇ ਪੈਂਦਾ ਹੈ। ਜਿਸ ਤਰ੍ਹਾਂ ਦਾ ਬੋਲਦਾ ਹੈ, ਬੋਲਣ ਦਾ ਵੀ ਅਸਰ ਮਨ ਤੇ ਪੈਂਦਾ ਹੈ। ਜਿਸ ਤਰ੍ਹਾਂ ਦਾ ਕੁਝ ਸੁਣਦਾ ਹੈ
ਕੰਨਾਂ ਵਿੱਚ ਜੇ ਨਾਮ ਬਾਣੀ ਗੁਰ ਇਤਿਹਾਸ ਪੈਂਦਾ ਹੈ ਉਹਦਾ ਅਸਰ ਆਪਣਾ ਹੈ, ਤੇ ਕੰਨਾਂ ਦੇ ਵਿੱਚ ਜੇ ਸੰਸਾਰ ਦੇ ਗੰਦੇ ਮੰਦੇ ਗੀਤ ਪੈਂਦੇ ਹਨ ਤੇ ਉਹਨਾਂ ਦਾ ਅਸਰ ਆਪਣਾ ਹੁੰਦਾ ਹੈ। ਇਸ ਕਰਕੇ ਅੰਮ੍ਰਿਤ ਦਾ ਆਪਣਾ ਅਸਰ ਹੈ, ਜ਼ਹਿਰ ਦਾ ਆਪਣਾ ਅਸਰ ਹੈ। ਸਾਧ ਸੰਗਤ ਜੀ, ਆਸਾ ਕੀ ਵਾਰ ਚ ਮਹਾਰਾਜ ਕਹਿੰਦੇ ਨਾ, ਕਹਿੰਦੇ ਵੀ ਇਹ ਚਾਹੁੰਦਾ ਤੇ ਅੰਮ੍ਰਿਤ ਹੈ ਪਰ ਬੀਜ ਦਾ ਜ਼ਹਿਰ ਹੈ। ਹੁਣ ਜੋ ਕੁਝ ਬੀਜਿਆ ਜਾਵੇਗਾ ਉਹ ਕੁਝ ਹੀ ਵੱਢਣਾ ਪਵੇਗਾ। ਬੀਜੇ ਬਿਖ ਮੰਗੈ ਅੰਮ੍ਰਿਤ, ਵੇਖਾ ਹੋਏ ਹੋ ਨਿਆਓ। ਕਹਿੰਦੇ ਨਿਆਓ ਵੇਖੋ, ਇਹ ਫੈਸਲਾ ਵੇਖੋ, ਇਸ ਦਾ ਅਸਰ ਹੁੰਦਾ ਹੈ, ਪਹਿਨਣ ਦਾ ਵੀ ਅਸਰ ਹੁੰਦਾ ਹੈ। ਕਈ ਕਹਿੰਦੇ ਵੀ ਕੱਪੜਿਆਂ ਦਾ ਕੀ ਸੰਬੰਧ ਹੈ ਧਰਮ ਦੇ ਨਾਲ? ਸੰਬੰਧ ਹੈ। ਮਹਾਰਾਜ ਨੇ ਗੁਰਬਾਣੀ ਚ ਤਾਂ ਹੀ ਆਖਿਆ ਵੀ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਵੀ ਹੋਰ ਜਿਹੜਾ ਹੋਰ ਤਰੀਕੇ ਦਾ ਪਹਿਨਣਾ ਹੈ ਉਹ ਖੁਸ਼ੀ ਨੂੰ ਖਰਾਬ ਕਰਨ ਵਾਲਾ ਹੈ, ਜਿਸ ਕਰਕੇ ਤਨ ਵੀ ਪੀੜਿਆ ਜਾਵੇ ਤੇ ਮਨ ਚ ਵਿਕਾਰ ਪੈਦਾ ਹੋਣ। ਉਸ ਤਰ੍ਹਾਂ ਦਾ ਪਹਿਰਾਵਾ ਨਹੀਂ ਪਹਿਨਣਾ ਚਾਹੀਦਾ। ਸਰੀਰ ਨੂੰ ਨਗਨ ਰੱਖਣਾ, ਹੋਰ ਤਰੀਕੇ ਦੇ ਵਸਤਰ ਪਹਿਨਣੇ, ਉਹ ਆਪਣੇ ਮਨ ਤੇ ਵੀ ਅਸਰ ਕਰਦਾ ਹੈ ਤੇ ਦੂਸਰੇ ਵੇਖਣ ਵਾਲੇ ਦੇ ਉੱਤੇ ਵੀ ਅਸਰ ਕਰਦਾ ਹੈ। ਇਸ ਕਰਕੇ ਗੁਰਮੁਖਾਂ ਦਾ ਐਸਾ ਕਥਨ ਹੈ ਕਿ ਮਨੁੱਖ ਨੂੰ ਸਾਦਾ ਲਿਬਾਸ ਪਹਿਨਣਾ ਚਾਹੀਦਾ। ਰਹਿਤਨਾਮੇ 'ਚ ਵੀ ਬਚਨ ਆਉਂਦਾ ਹੈ ਕਿ ਚਮਕੀਲੇ ਭੜਕੀਲੇ ਵਿਕਾਰਾਂ ਨੂੰ ਪੈਦਾ ਕਰਨ ਵਾਲਾ ਲਿਬਾਸ ਨਹੀਂ ਪਹਿਨਣਾ ਚਾਹੀਦਾ। ਤੇ ਆਮ ਜਿਨ੍ਹਾਂ ਨੇ ਸਿਮਰਨ ਭਜਨ ਕੀਤਾ, ਨਾਮ ਜਪਿਆ, ਉਹਨਾਂ ਗੁਰਮੁਖਾਂ ਦਾ ਵੀ ਐਸਾ ਕਥਨ ਹੈ ਕਿ ਸਾਦਾ ਲਿਬਾਸ ਹੋਣਾ ਚਾਹੀਦਾ ਹੈ। ਕਹਿੰਦੇ ਵੀ ਗਿਆਨੀ ਸੰਤ ਸਿੰਘ ਜੀ ਮਸਕੀਨ ਕਿਹਾ ਕਰਦੇ ਸੀ ਪਹਿਰਾਵੇ ਦੇ ਸੰਬੰਧ ਵਿੱਚ। ਗੁਰੂ ਕੇ ਪੰਥ ਦੇ ਮਹਾਨ ਵਿਦਵਾਨ ਹੋਏ ਹਨ। ਉਹ ਕਹਿੰਦੇ ਸਨ ਵੀ ਇੱਕ ਉਹੋ ਜਿਹਾ ਪਹਿਰਾਵਾ ਹੈ ਜਿਸ ਪਹਿਰਾਵੇ ਨੂੰ ਵੇਖ ਕੇ ਰਾਮ ਚੇਤੇ ਆ ਜਾਂਦਾ ਹੈ, ਤੇ ਇੱਕ ਇਸ ਤਰ੍ਹਾਂ ਦਾ ਕਿਸੇ ਨੇ ਪਹਿਰਾਵਾ ਪਹਿਨਿਆ ਹੋਇਆ ਜਿਹਨੂੰ ਵੇਖ ਕੇ ਰਾਮ ਨਹੀਂ ਚੇਤੇ ਆਉਂਦਾ, ਕਾਮ ਹੀ ਚੇਤੇ ਆਉਂਦਾ ਹੈ। ਕਹਿੰਦੇ ਇੱਕ ਪਹਿਰਾਵਾ ਇਸ ਤਰ੍ਹਾਂ ਦਾ ਹੈ ਜਿਸ ਨੂੰ ਵੇਖ ਕਰਕੇ ਰਾਮ ਚੇਤੇ ਆਉਂਦਾ ਹੈ, ਇੱਕ ਪਹਿਰਾਵਾ ਇਸ ਤਰ੍ਹਾਂ ਦਾ ਜਿਹਨੂੰ ਵੇਖ ਕੇ ਰਾਮ ਨਹੀਂ ਚੇਤੇ ਆਉਂਦਾ, ਕਾਮ ਚੇਤੇ ਆਉਂਦਾ ਹੈ। ਕਾਮ ਦੇ ਫੁਰਨੇ ਫੁਰਦੇ। ਪਹਿਰਾਵਾ ਅਸਰ ਕਰਦਾ ਮਨੁੱਖ ਦੇ ਉੱਤੇ, ਮਨ ਦੇ ਉੱਤੇ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਸੰਸਾਰ ਦੇ ਲੋਕ ਰੂਪ ਵਿੱਚ ਫਸੇ ਹੋਏ ਆ, ਰੂਪ ਤੋਂ ਅੱਗੇ ਨਹੀਂ, ਸਰੀਰ ਦੇ ਵਿੱਚ ਹੀ, ਰੂਪ ਦੇ ਵਿੱਚ ਹੀ ਫਸੇ ਹੋਏ ਆ, ਰੰਗ ਦੇ ਵਿੱਚ, ਰੰਗਾਂ 'ਚ ਫਸੇ ਹੋਏ ਹਨ। ਆਪਣੇ ਰੰਗ ਨੂੰ, ਇੰਨੀਆਂ ਦੁਕਾਨਾਂ ਕਿਉਂ ਖੁੱਲ੍ਹ ਗਈਆਂ ਬਾਜ਼ਾਰਾਂ ਦੇ ਵਿੱਚ, ਜਿਨ੍ਹਾਂ ਦੁਕਾਨਾਂ ਤੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਕਿਸੇ ਰੂਪ ਦੇ ਵਿੱਚ, ਭਾਵੇਂ ਉਹ ਮਰਦਾਂ ਦੀ ਕੀਤੀ ਜਾਂਦੀ ਹੈ, ਭਾਵੇਂ ਇਸਤਰੀਆਂ ਦੀ ਕੀਤੀ ਜਾਂਦੀ ਹੈ, ਉਹ ਇਸੇ ਕਰਕੇ ਹੀ ਹੈ। ਗੁਰਮਰਿਆਦਾ ਤਾਂ ਨਹੀਂ ਹੈ, ਸਤਿਗੁਰੂ ਜੀ ਦੀ ਮਰਿਆਦਾ ਤੇ ਹਿਸਾਬਤ ਸੂਰਤ ਦਸਤਾਰ ਸਿਰਾ। ਇਸ ਕਰਕੇ ਸੰਸਾਰ ਦਾ ਜੀਵ ਇਹ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਗੁਰੂ ਮਰਿਆਦਾ ਨੂੰ ਭੁਲਾ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਤਾਂ ਇਹ ਹੀ ਹੈ ਵੀ ਸਾਬਤ ਸੂਰਤ ਰਹਿਣਾ, ਤੇ ਬੰਦੇ ਦੇ ਮਨ ਦੀ ਮਰਜ਼ੀ ਹੈ ਵੀ ਇਹ ਆਪਾਂ ਸਾਬਤ ਸੂਰਤ ਨੂੰ ਵਿਗਾੜਨਾ ਹੈ, ਆਪਣੇ ਰੰਗ ਨੂੰ ਨਿਖਾਰਨਾ ਹੈ, ਭਾਵੇਂ ਜਾ ਕਰਕੇ ਕਿਸੇ ਤਰੀਕੇ ਨਾਲ ਕੇਸਾਂ ਦੀ ਬੇਅਦਬੀ ਕਰਨੀ ਪਵੇ, ਭਰਭੱਟਿਆਂ ਦੀ ਬੇਅਦਬੀ ਕਰਨੀ ਪਵੇ, ਆਪਣੇ ਚਿਹਰੇ ਤੋਂ ਕੇਸਾਂ ਦੀ ਬੇਅਦਬੀ ਕਰਨੀ ਪਵੇ, ਪਰ ਗੁਰੂ ਕਾ ਹੁਕਮ ਤਾਂ ਹੈ ਵੀ ਕਿਸੇ ਵੀ ਸਰੀਰ ਦੇ ਅੰਗ ਤੋਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਹੈ। ਐਸਾ ਰਹਿਤਨਾਮਿਆਂ 'ਚ ਲਿਖਿਆ ਹੈ, ਐਸਾ ਹੁਕਮਨਾਮਿਆਂ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਹੁਕਮਨਾਮੇ, ਉਹਨਾਂ 'ਚ ਬਚਨ ਆਉਂਦਾ ਹੈ ਵੀ ਕੇਸ ਗੁਰੂ ਕੀ ਮੋਹਰ ਹੈ, ਕੇਸਾਂ ਦੀ ਸਾਂਭ ਸੰਭਾਲ ਕਰਨੀ ਇਹ ਗੁਰੂ ਕੀ ਬਖਸ਼ੀ ਹੋਈ ਮੋਹਰ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਜੀਵ ਰੂਪ ਵਿੱਚ ਫਸੇ ਹੋਏ, ਰੰਗਾਂ ਵਿੱਚ ਫਸੇ ਹੋਏ, ਤੇ ਸੁਗੰਧੀਆਂ ਮਲਣ ਵਿੱਚ ਫਸੇ ਹੋਏ ਹਨ, ਤੇ ਭੋਗਾਂ ਦੇ ਵਿੱਚ ਫਸੇ ਹਨ। ਪੜੋ ਅੱਗੇ ਬਾਬਾ ਜੀ। ਪਰ ਮਹਾਰਾਜ ਕਹਿੰਦੇ ਆਖਰ ਨੂੰ ਤਿਆਗ ਚੱਲੇ,
ਸਭ ਕੁਝ ਤਿਆਗ ਕੇ ਚੱਲਣਾ ਪੈਂਦਾ, ਜਾਣਾ ਪੈਂਦਾ। ਤਿਆਗ ਛੱਡ ਕੇ ਚਲੇ ਗਏ। ਜਿਹਦੇ ਵਿੱਚ ਜੀ ਫਸੇ ਹੋਏ ਸੀ ਨਾ, ਜਦੋਂ ਸੰਸਾਰ ਤੋਂ ਜਾਣਾ, ਇਹ ਨਾ ਰੂਪ ਨਾਲ ਜਾਂਦਾ, ਨਾ ਰੰਗ ਨਾਲ ਜਾਂਦਾ, ਨਾ ਸੁਗੰਧੀਆਂ ਨਾਲ ਜਾਂਦੀਆਂ, ਨਾ ਭੋਗੇ ਹੋਏ ਭੋਗ ਨਾਲ ਜਾਂਦੇ। ਜਾਣਗੇ ਵੀ ਜ਼ਿੰਦਗੀ 'ਚ ਕਿੰਨੇ ਵਿਕਾਰ ਭੋਗੇ ਨਾਲ ਜਾਣਗੇ ਉਹ ਵਿਕਾਰ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਉਹ ਕਹਿੰਦੇ ਵੀ ਅੱਜ ਤੋਂ ਪਹਿਲਾਂ ਜਿੰਨੇ ਤੂੰ ਜ਼ਿੰਦਗੀ ਵਿੱਚ ਵਿਕਾਰ ਭੋਗੇ, ਉਹਨਾਂ ਦੇ ਬਦਲੇ ਕਿਤੋਂ ਦੁਕਾਨ ਤੋਂ ਗੁੜ ਲੈ ਕੇ ਵੇਖ, ਉਹਨੂੰ ਕਹਿ ਵੀ ਇਹਦੇ ਵੱਟੇ ਮੈਨੂੰ ਗੁੜ ਦੇ ਦਿਓ। ਕਹਿੰਦੇ ਉਹਦੇ ਵੱਟੇ ਤਾਂ ਤੈਨੂੰ ਗੁੜ ਨਹੀਂ ਮਿਲਣਾ ਕਿਸੇ ਦੁਕਾਨ ਤੋਂ। ਕਬੀਰ ਪਾਸ਼ੇ ਭੋਗ ਜੋ ਭੋਗਵੇ, ਤਿੰਨ ਕੋ ਗੁੜ ਲੈ ਖਾਹੇ, ਵੀ ਉਹਨਾਂ ਦਾ ਗੁੜ ਲੈ ਕੇ ਖਾ, ਤੇ ਅੱਗੇ ਉਹਨਾਂ ਨੇ ਨਾਲ ਕਿੱਥੇ ਜਾਣਾ, ਇੱਥੋਂ ਕਿ ਉਹਨਾਂ ਵੱਟੇ ਕੁਝ ਨਹੀਂ ਮਿਲਣਾ। ਤੇ ਸਤਿਗੁਰਾਂ ਨੇ ਆਖਿਆ ਵੀ ਇਹ ਤਾਂ ਕਾਇਆ ਨੂੰ ਗਾਲਣ ਵਾਲੇ ਆ। ਕਾਮ ਕ੍ਰੋਧ ਕਾਇਆ ਕਉ ਗਲ ਹੈ, ਜਿਉ ਕੰਚਨ ਸੁਹਾਗਾ ਢਾਲੈ। ਜਿਵੇਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ। ਤਾਂ ਗਰੀਬ ਨਵਾਜ਼ ਸਾਹਿਬ ਕਹਿੰਦੇ ਤਿਆਗ ਚੱਲੇ, ਜਿਨ੍ਹਾਂ ਭੋਗਾਂ 'ਚ, ਜਿਨ੍ਹਾਂ ਸੁਗੰਧੀਆਂ 'ਚ, ਜਿਸ ਰੂਪ ਰੰਗ ਵਿੱਚ ਜੀਵ ਫਸੇ ਹੋਏ ਸੀ ਨਾ, ਇਹ ਮਾਇਆ ਹੀ ਆ ਸਾਰੀ, ਸਾਰੇ ਪ੍ਰਕਾਰ ਦੀ ਮਾਇਆ ਹੈ। ਇਹ ਜਿਹਦੇ ਸੁੰਘਣਾ ਵੀ ਮਾਇਆ ਹੈ, ਵੇਖਣਾ ਵੀ ਮਾਇਆ ਹੈ, ਸੁਣਨਾ ਵੀ ਮਾਇਆ ਹੈ, ਖਾਣਾ ਵੀ, ਇਹ ਸਾਰਾ ਕੁਝ ਮਾਇਆ ਵਿੱਚ ਹੀ। ਜਿੰਨੇ ਵਿਕਾਰ ਹਨ ਇਹਨਾਂ ਨੂੰ ਇਸ ਤਰ੍ਹਾਂ ਵੀ ਆਖਿਆ ਵੀ ਸ਼ਬਦ, ਸਪਰਸ਼, ਰੂਪ, ਰਸ, ਗੰਧ, ਜਿਵੇਂ ਪੰਜ ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਵਿਕਾਰ। ਇਸੇ ਤਰ੍ਹਾਂ ਇਹ ਵੀ ਪੰਜ ਵਿਕਾਰ, ਪੰਜ ਵਿਸ਼ੇ ਆ। ਸ਼ਬਦ ਕੰਨਾਂ ਦਾ ਵਿਸ਼ਾ ਹੈ। ਕੰਨ ਚਾਹੁੰਦੇ ਆ ਵੀ ਕੁਝ ਇਸ ਤਰ੍ਹਾਂ ਦਾ ਸੁਣਿਆ ਜਾਵੇ, ਜਿਸ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਵੀ ਇਹ ਗੰਦੇ ਮੰਦੇ ਗੀਤ ਸੁਣਨਾ ਚਾਹੁੰਦੇ ਆ, ਤੇ ਗੁਰਬਾਣੀ ਵਾਰ-ਵਾਰ ਰੋਕਦੀ ਇਹਨਾਂ ਕੰਨਾਂ ਨੂੰ ਵੀ ਤੁਹਾਨੂੰ ਇਹ ਗੰਦੇ ਮੰਦੇ ਗੀਤ ਸੁਣਨ ਵਾਸਤੇ ਨਹੀਂ ਸਰੀਰ ਨਾਲ ਲਾਇਆ। ਕੀ ਸੁਣਨ ਵਾਸਤੇ ਲਾਇਆ? ਤਾਂ ਹੀ ਮਹਾਰਾਜ ਨੇ ਆਖਿਆ ਸੀ ਰੋਜ਼ ਨਿਤਨੇਮ ਕਰੋ, ਵੀ ਰੋਜ਼ ਕਰੋਗੇ ਤੇ ਪਤਾ ਲੱਗੂਗਾ। ਜਦੋਂ ਆਨੰਦ ਸਾਹਿਬ 'ਚ ਪੜੋਗੇ, ਸ਼ਰਵਣੋ ਮੇਰੇ ਹੋ ਸੱਚ ਹੈ ਸੁਣਨਾ ਨੋ ਪਠਾਏ, ਵੀ ਸੱਚ ਸੁਣਨ ਵਾਸਤੇ ਤੁਹਾਨੂੰ ਭੇਜਿਆ। ਪਠਾਏ ਦਾ ਮਤਲਬ ਭੇਜਿਆ। ਸੱਚ ਹੈ ਸੁਣਨਾ ਨੋ ਪਠਾਏ, ਸਰੀਰ ਲਾਏ, ਸਰੀਰ ਨਾਲ ਤੁਹਾਨੂੰ ਤਾਂ ਲਾਇਆ ਸੱਚ ਸੁਣਨ ਵਾਸਤੇ। ਤੇ ਨਾਲ ਕਹਿ ਦਿੱਤਾ ਸੁਣੋ ਸੱਤ ਬਾਣੀ। ਉਹ ਸੱਚ ਕੀ ਆ? ਕਹਿੰਦੇ ਸੱਚੀ ਬਾਣੀ। ਸੱਚੀ ਬਾਣੀ ਸੁਣੋ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ, ਸੱਚ ਹੈ ਸੁਣਨਾ ਨੋ ਪਠਾਏ। ਵੀ ਹੇ ਸਰਵਣੋ, ਇਹ ਕੰਨੋ ਸੱਚ ਸੁਣਨ ਵਾਸਤੇ ਤੁਹਾਨੂੰ ਸਰੀਰ ਦੇ ਨਾਲ ਲਾਇਆ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਇਹ ਕੰਨਾਂ ਦਾ ਵਿਸ਼ਾ ਹੈ ਸ਼ਬਦ, ਪਰ ਇਹ ਸੱਚ ਸੁਣਨ ਤੇ ਹੋਰ ਕੁਝ ਸੁਣਨ ਦੀ ਵੀ ਇੱਛਾ ਰੱਖਦੇ ਆ ਸੰਸਾਰ ਦੇ ਵਿੱਚ। ਅੱਖਾਂ ਵੇਖਣ ਦਾ ਵਿਸ਼ਾ ਹੈ, ਅੱਖਾਂ ਦਾ, ਤੇ ਅੱਖਾਂ ਬਹੁਤ ਕੁਝ ਵੇਖਦੀਆਂ। ਜਿਹੜਾ ਬੇਮਰਿਆਦਾ ਵੇਖਣਾ ਉਹ ਵੀ ਵਿਕਾਰ ਪੈਦਾ ਕਰਦਾ ਹੈ। ਇਸ ਕਰਕੇ ਗੁਰਮੁਖਾਂ ਦਾ ਕਥਨ ਹੈ ਵੀ ਨੰਗੀਆਂ ਤਸਵੀਰਾਂ, ਕੋਈ ਹੋਰ ਇਸ ਤਰ੍ਹਾਂ ਦੀਆਂ ਤਸਵੀਰਾਂ ਉਹ ਆਪਣੇ ਘਰਾਂ ਵਿੱਚ ਨਹੀਂ ਲਾਉਣੀਆਂ ਚਾਹੀਦੀਆਂ। ਜੇ ਲਾਉਣੀਆਂ ਵਾ ਤੇ ਫਿਰ ਸ਼ਹੀਦਾਂ ਦੀਆਂ ਤਸਵੀਰਾਂ ਲਾਉਣੀਆਂ ਚਾਹੀਦੀਆਂ। ਕੋਈ ਭਾਈ ਤਾਰੂ ਸਿੰਘ ਜੀ ਦੀ ਖੋਪਰ ਲੱਥੇ ਵਾਲੀ ਤਸਵੀਰ ਲਾਈ ਜਾਵੇ, ਭਾਈ ਮਣੀ ਸਿੰਘ ਸਾਹਿਬ ਜੀ ਦੀ ਬੰਦ ਕੱਟਣ ਵਾਲੀ ਤਸਵੀਰ ਲਾਈ ਜਾਵੇ, ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸੀਸ ਤਲੀ ਤੇ ਰੱਖਿਆ ਹੋਇਆ 18 ਸਿਰ ਦਾ ਖੰਡਾ ਖੜਕਾਉਣ ਵਾਲੀ ਤਸਵੀਰ ਲਾਈ ਜਾਵੇ। ਜਦੋਂ ਉਹਦੇ ਦਰਸ਼ਨ ਹੋਣਗੇ ਤੇ ਮਨ ਵਿੱਚ ਗੁਰੂ ਚੇਤੇ ਆਵੇਗਾ, ਸਿੱਖੀ ਚੇਤੇ ਆਵੇਗੀ। ਤੇ ਜੇ ਗੰਦੀਆਂ ਮੰਦੀਆਂ ਤਸਵੀਰਾਂ ਸਾਹਮਣੇ ਹੋਣਗੀਆਂ ਤੇ ਉਹਨਾਂ ਨੂੰ ਵੇਖ ਕੇ ਫਿਰ ਕਾਮ ਹੀ ਚੇਤੇ ਆਵੇਗਾ, ਵਕਾਰ ਹੀ ਚੇਤੇ ਆਉਣਗੇ। ਅੱਖਾਂ ਨੇ ਤਾਂ ਵੇਖਣਾ ਹੈ, ਜੋ ਸਾਹਮਣੇ ਪਰੋਸ ਦਿੱਤਾ ਉਹ ਉਹਨਾਂ ਵੇਖ ਲੈਣਾ ਹੈ। ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਗੁਰਬਾਣੀ 'ਚ ਇਹਨਾਂ ਵਿਸ਼ਿਆਂ ਦਾ ਜ਼ਿਕਰ ਕਰਦਿਆਂ ਮਹਾਰਾਜ ਨੇ ਆਖਿਆ ਵੀ ਇੱਕ ਇੱਕ ਜੀਵ ਇੱਕ ਇੱਕ ਵਿਸ਼ੇ ਦੀ ਸੰਗਤ ਕਰਕੇ ਮਰ ਗਿਆ, ਤੇ ਬੰਦੇ ਵਿੱਚ ਤਾਂ ਪੰਜੇ ਹੀ ਆ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮਹਿ, ਤਾਕੀ ਕੇਤ ਕੇ ਆਸ।
ਹਿਰਨ ਨੂੰ ਸਿਰਫ ਕੰਨਾਂ ਦਾ ਵਿਸ਼ਾ ਸੀ, ਕੰਡੇੜੇ ਦਾ ਸ਼ਬਦ ਸੁਣ ਕੇ ਸ਼ਿਕਾਰੀ ਨੇ ਉਹਨੂੰ ਮਾਰ ਲਿਆ। ਮੱਛੀ ਨੂੰ ਸਿਰਫ ਜੀਭ ਦਾ ਚਸਕਾ ਸੀ, ਥੋੜਾ ਜਿਹਾ ਆਟਾ ਲਾ ਕੇ ਕੁੰਡੀ ਅੱਗੇ ਮਛੇਰੇ ਨੇ ਜਾਂ ਗਡੋਆ ਲਾ ਕੇ ਉਹਨੇ ਕੁੰਡੀ ਸੁੱਟੀ ਤੇ ਮੱਛੀ ਨੂੰ ਭੜਕਾ ਕੇ ਬਾਹਰ ਮਾਰਿਆ, ਤਲ ਕੇ ਖਾ ਲਈ ਉਹਨੇ। ਮ੍ਰਿਗ, ਮੀਨ, ਭਰਿੰਗ, ਭਰਿੰਗ ਨਾਮ ਭੌਰੇ ਦਾ ਹੈ, ਇਹਨੂੰ ਆ ਨਾਸਕਾਂ ਦਾ ਵਿਸ਼ਾ ਸੀ, ਸੁਗੰਧੀ ਲੈਣ ਦਾ, ਨਾਸਾਂ ਦਾ। ਫੁੱਲਾਂ ਦੇ ਵਿੱਚ ਹੀ ਚੰਬੜਿਆ ਰਿਹਾ, ਸੁਗੰਧੀ ਲੈਂਦਾ, ਵਿੱਚ ਹੀ ਖੁੱਭਾ ਰਿਹਾ ਫੁੱਲ ਦੇ। ਉਹ ਜਿੰਨਾ ਚਿਰ ਸੂਰਜ ਚੜ੍ਹਿਆ ਸੀ ਫੁੱਲ ਖਿੜਿਆ ਰਿਹਾ, ਤੇ ਜਦੋਂ ਸ਼ਾਮਾਂ ਪੈ ਗਈਆਂ ਸੂਰਜ ਡੁੱਬ ਗਿਆ ਤੇ ਭੌਰੇ ਹੋਣਾ ਨੂੰ ਵਿੱਚ ਹੀ ਉਹਨੇ ਨੱਪ ਲਿਆ, ਵਿੱਚੇ ਖਤਮ ਕਰ ਲਿਆ। ਤੇ ਫਿਰ ਦਿਨ ਚੜ੍ਹਨਾ ਸੀ ਤੇ ਫੁੱਲ ਖਿੜਨਾ ਸੀ, ਉਦੋਂ ਪਹਿਲਾਂ ਹੀ ਤੋੜ ਲਿਆਂਦਾ। ਤੋੜਨ ਵਾਲੇ ਨੇ ਤੋੜ ਕੇ ਉਹਨੇ ਹਾਰ ਪਰੋ ਕੇ, ਹਾਰ ਗੁੰਦ ਕੇ ਤਿਆਰ ਰੱਖ ਦਿੱਤਾ ਲਿਆ ਕੇ, ਵਿੱਚੇ ਹੀ ਭੌਰੇ ਨੂੰ ਪਰੋ ਦਿੱਤਾ। ਜਿੰਨੇ ਫੁੱਲਾਂ 'ਚੋਂ ਸੁਗੰਧੀ ਕੱਢਣੀ ਸੀ ਉਹਨੇ ਤੜਕੇ ਹੀ ਖਿੜਨ ਤੋਂ ਪਹਿਲਾਂ ਹੀ ਫੁੱਲ ਨੂੰ ਤੋੜ ਕੇ ਤੇ ਉਹਨੂੰ ਕੜਾਹੀ 'ਚ ਪਾ ਕੇ ਤਲ ਕੇ ਤੇ ਉਹਦਾ ਅਤਰ ਬਣਾ ਲਿਆ, ਵਿੱਚੇ ਭੌਰਾ ਤਲਿਆ ਗਿਆ। ਕਹਿੰਦੇ ਇੱਕ ਨਾਸਕਾਂ ਦੇ ਵਿਸ਼ੇ ਕਰਕੇ ਉਹ ਖਤਮ ਹੋ ਗਿਆ। ਮ੍ਰਿਗ, ਮੀਨ, ਭਰਿੰਗ, ਕੁੰਚਰ, ਇਹ ਪਤੰਗ, ਪਤੰਗਾ, ਉਹਨੂੰ ਅੱਖਾਂ ਦਾ ਵਿਸ਼ਾ ਸੀ, ਦੀਵੇ ਦੀ ਲਾਟ ਬਲਦੀ ਉਹਦੇ ਉੱਤੇ ਜਾ ਕੇ ਬੈਠਾ ਤੇ ਸੜ ਕੇ ਸੁਆਹ ਹੋ ਗਿਆ। ਤੇ ਇਸੇ ਤਰ੍ਹਾਂ ਹੀ ਮ੍ਰਿਗ, ਮੀਨ, ਭਰਿੰਗ, ਪਤੰਗ, ਕੁੰਚਰ ਹਾਥੀ ਦਾ ਨਾਮ ਹੈ, ਉਹਨੂੰ ਕਾਮ ਦਾ ਵਿਸ਼ਾ ਸੀ। ਉਹ ਕਹਿੰਦੇ ਵੀ ਕਾਗਜ਼ ਦੀ ਹਥਨੀ ਬਣਾ ਕੇ ਨਾ, ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਟੋਆ ਕੱਢ ਕੇ ਤੇ ਉੱਥੇ ਬਣਾ ਦਿੰਦੇ, ਉੱਤੇ ਕੱਖ ਕਾਣ ਜਿਹਾ ਪਾ ਕੇ, ਪੋਲੀ ਜੀ ਛੱਤ ਬਣਾ ਕੇ ਨਕਲੀ ਹਥਨੀ ਬਣਾ ਦਿੰਦੇ। ਉਹਨੂੰ ਵੇਖ ਕੇ ਭੱਜਾ ਆਉਂਦਾ, ਟੋਏ 'ਚ ਡਿੱਗ ਪੈਂਦਾ, ਫਿਰ ਮਹੀਨਾ ਭਰ ਭੁੱਖਾ ਧਿਆਇਆ ਰੱਖਦੇ ਆ, ਫਿਰ ਆਪਣੀ ਬੋਲੀ ਪੜ੍ਹਾ ਕੇ ਤੇ ਫਿਰ ਲਈ ਫਿਰਦੇ ਬਾਜ਼ਾਰਾਂ 'ਚ ਉਹਨੂੰ, ਸਰਕਸ ਲੈ ਆਉਂਦੇ, ਫਿਰ ਸਰਕਸ ਦੇ ਵਿੱਚ ਉਹ ਨਾਚ ਕਰਾਉਂਦੇ। ਕਿੱਡਾ ਵੱਡਾ ਹਾਥੀ ਕਾਮ ਦੇ ਵਿਸ਼ੇ ਕਰਕੇ ਕਾਬੂ ਆ ਗਿਆ। ਕਹਿੰਦੇ ਇਹ ਤਾਂ ਇੱਕ ਉਹਨਾਂ ਦੇ ਵਿੱਚ, ਪਰ ਇਨਸਾਨ ਦੇ ਵਿੱਚ ਪੰਜੇ ਹੀ ਦੋਖ ਵਾ, ਤੇ ਇਹ ਬਚ ਸਕਦਾ ਵਾ ਜੇ ਗੁਰੂ ਕੇ ਸ਼ਬਦ ਦਾ ਓਟ ਆਸਰਾ ਲਵੇ। ਤਾਂ ਮਹਾਰਾਜ ਕਹਿੰਦੇ ਇਹਨਾਂ ਵਿੱਚ ਫਸਿਆ ਹੋਇਆ। ਪਰ ਜਿਸ ਵੇਲੇ ਤਿਆਗ ਚੱਲੇ ਮਾਇਆ ਛਲੇ, ਇਹ ਮਾਇਆ ਹੀ ਹੈ ਛਲ ਰੂਪ, ਇਹ ਮਾਇਆ ਦਾ ਛਲਿਆ ਹੋਇਆ ਜੀਵ, ਤੇ ਛਲ ਰੂਪੀ ਮਾਇਆ ਨੂੰ ਇੱਥੋਂ ਤਿਆਗ ਕੇ ਚਲੇ ਜਾਂਦਾ ਹੈ ਸੰਸਾਰ ਤੋਂ। ਕਨਕ ਨਾਮ ਸੋਨੇ ਦਾ, ਕਾਮਣੀ ਨਾਮ ਇਸਤਰੀ ਦਾ। ਸੋਨੇ ਦੇ ਵਿੱਚ ਵੀ ਇਹ ਖਚਤ ਹੈ ਤੇ ਇਸਤਰੀ ਦੇ ਵਿੱਚ ਵੀ ਖਚਤ ਹੋਇਆ ਰਹਿੰਦਾ ਹੈ। ਤਾਂ ਆਖਰਕਾਰ ਇਹ ਸੋਨੇ ਨੂੰ, ਇਸਤਰੀ ਨੂੰ, ਸੰਬੰਧੀਆਂ ਨੂੰ, ਮਾਇਆ ਨੂੰ, ਵਿਸ਼ੇ ਭੋਗਾਂ ਨੂੰ ਸਭ ਕੁਝ ਛੱਡ ਕੇ ਚਲੇ ਜਾਂਦਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਅੱਜ ਕੱਲ ਕਈ ਇਸ ਤਰ੍ਹਾਂ ਦਾ ਵੀ ਪ੍ਰਚਾਰ ਹੋ ਰਿਹਾ, ਕਹਿੰਦੇ ਵੀ ਦੁਨੀਆ 'ਚ ਅੱਗੇ ਵਧਣਾ ਚਾਹੀਦਾ ਵਾ, ਭਾਵੇਂ ਕੇਸਾਂ ਦੀ ਬੇਅਦਬੀ ਕਰਨੀ ਪਵੇ। ਹੈ ਦੁਨੀਆ 'ਚ ਕਹਿੰਦੇ ਅੱਗੇ ਵਧਣਾ ਚਾਹੀਦਾ ਵਾ, ਭਾਵੇਂ ਸਾਰੇ ਬਸਤਰ ਲਾ ਕੇ ਨਗਨ ਹੋਣਾ ਹੀ ਪਵੇ। ਇਹੋ ਜਿਹਾ ਵੀ ਪ੍ਰਚਾਰ ਕਈ ਕਰਦੇ, ਕਹਿੰਦੇ ਵੀ ਵਾਰਡ ਮਿਲਣਾ ਚਾਹੀਦਾ, ਵਾਰਡ। ਪਰ ਗੁਰੂ ਘਰ ਦੀ ਤਾਂ ਇਹ ਮਰਿਆਦਾ ਨਹੀਂ ਹੈ। ਸਿੱਖਾਂ ਨੂੰ ਇਹੀ ਤਾਂ ਲਾਲਚ ਦਿੰਦੇ ਸੀ ਤੁਰਕ, ਕਹਿੰਦੇ ਸੀ ਕੇਸ ਕਟਾ ਲਵੋ, ਕਲਮਾ ਪੜ੍ਹ ਲਵੋ, ਮੁਸਲਮਾਨ ਬਣ ਜਾਓ, ਤੁਹਾਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾਣਗੇ, ਮੁਰਾਤਬੇ ਦਿੱਤੇ ਜਾਣਗੇ। ਕਿ ਭਾਈ ਤਾਰੂ ਸਿੰਘ ਨੂੰ ਲਾਲਚ ਨਹੀਂ ਸੀ ਦਿੱਤਾ, ਕਿ ਭਾਈ ਮਣੀ ਸਿੰਘ ਨੂੰ ਲਾਲਚ ਨਹੀਂ ਸੀ ਦਿੱਤਾ, ਪਰ ਉਹ ਕਹਿੰਦੇ ਵੀ ਸਾਨੂੰ ਨਾ ਦੁਨੀਆ ਦੀ ਦੌਲਤ ਚਾਹੀਦੀ ਹੈ, ਨਾ ਅਹੁਦੇ ਚਾਹੀਦੇ ਆ, ਸਾਨੂੰ ਤਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਚਾਹੀਦੀ ਹੈ, ਸਾਨੂੰ ਤਾਂ ਗੁਰੂ ਕੀ ਸਿੱਖੀ ਚਾਹੀਦੀ। ਇਸ ਕਰਕੇ ਖੋਪਰਾ ਲਾਇਆ ਸੀ, ਐਵੇਂ ਥੋੜ੍ਹਾ ਲਾਇਆ ਸੀ ਕਿਤੇ, ਇਸੇ ਕਰਕੇ ਬੰਦ ਕਟਾਇਆ ਸੀ। ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਉਹਨਾਂ ਨੇ ਲਾਲਚ ਨਹੀਂ ਸੀ ਦਿੱਤਾ। ਲਾਲਚ ਦਿੱਤੇ ਸੀ ਕਿ ਤੁਹਾਨੂੰ ਦੌਲਤਾਂ ਦਿੱਤੀਆਂ ਜਾਣਗੀਆਂ, ਤੁਹਾਡੇ ਨਿਕਾਹ ਕੀਤੇ ਜਾਣਗੇ, ਤੁਹਾਨੂੰ ਵੱਡੇ ਅਹੁਦੇ ਦਿੱਤੇ ਜਾਣਗੇ। ਬਸ ਕੇਸਾਂ ਦੀ ਬੇਅਦਬੀ ਕਰ ਦੇਵੋ, ਆਪਣਾ ਰੂਪ ਜਿਹੜਾ ਬਦਲ ਲਓ ਤੇ ਮੁਸਲਮਾਨ ਬਣ ਜਾਓ, ਕਲਮਾ ਪੜ੍ਹ ਲਓ। ਪਰ ਉਹਨਾਂ ਸਿੱਖਾਂ ਨੇ ਲਾਲਚ ਦੇ ਅਧੀਨ ਹੋ ਕਰਕੇ ਸਿੱਖੀ ਨਹੀਂ ਛੱਡੀ। ਤੇ ਅੱਜ ਕੱਲ੍ਹ ਦਾ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਤਾਂ ਮਹਾਰਾਜ ਸਾਹਿਬ ਜੀ ਦੇ ਘਰ ਦੀ ਤਾਂ ਇਹ ਮਰਿਆਦਾ ਨਹੀਂ ਹੈ ਸਾਧ ਸੰਗਤ ਜੀ, ਇਹ ਮਨ ਮਤ ਹੈ, ਇਹਨੂੰ ਗੁਰਮਤ ਨਹੀਂ ਅਸੀਂ ਕਹਿ ਸਕਦੇ। ਤਾਂ ਸਤਿਗੁਰੂ ਕਹਿੰਦੇ ਵੀ ਇਹ ਜੀਵ ਤਿਆਗ ਕੇ ਚਲੇ ਜਾਂਦੇ ਆ,
ਫਿਰ ਸੋਨੇ ਨੂੰ ਤੇ ਕਾਮਣੀ ਨੂੰ, ਜਿਸ ਦੇ ਵਿੱਚ ਫਸੇ ਹੋਏ ਮਾਇਆ ਜੜ ਤੇ ਚੇਤਨ ਰੂਪੀ ਮਾਇਆ ਨੂੰ ਛੱਡ ਕੇ ਚਲੇ ਜਾਂਦੇ ਹਨ ਸੰਸਾਰ ਤੋਂ। ਰਹਾਉ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, ਭੰਡਾਰ ਦਰਬ ਅਰਬ ਖਰਬ। ਮਹਾਰਾਜ ਕਹਿੰਦੇ ਵੀ ਭੰਡਾਰੇ ਭਰੇ ਆ ਦਰਬ ਧਨ ਦੇ ਨਾਲ। ਕਿੰਨਾ ਕੁ ਧਨ ਇਕੱਠਾ ਕੀਤਾ? ਅਰਬਾਂ ਖਰਬਾਂ। ਅਰਬਾਂ ਪਤੀ ਬਣ ਗਿਆ, ਖਰਬਾਂ ਪਤੀ ਬਣ ਗਿਆ। ਜਿਹਦੇ ਕੋਲੇ ਲੱਖ ਰੁਪਈਆ ਹੋਵੇ ਜਾਂ 5-7 ਲੱਖ ਹੋਵੇ, ਉਹਨੂੰ ਲੋਕ ਕਹਿੰਦੇ ਵੀ ਇਹ ਲੱਖਪਤੀ ਆ। ਜਿਹਦੇ ਕੋਲੇ ਕਰੋੜ ਰੁਪਈਆ ਹੋਵੇ, 100 ਲੱਖ ਹੋਵੇ, 1 ਕਰੋੜ ਹੋਵੇ ਜਾਂ 2 ਕਰੋੜ ਹੋਵੇ, ਉਹਨੂੰ ਕਹਿਣਗੇ ਕਰੋੜਪਤੀ ਆ, ਕਰੋੜਪਤੀ ਬੰਦਾ ਵਾ ਇਹ। ਤੇ ਜਿਹਦੇ ਕੋਲੇ 100 ਕਰੋੜ ਹੋਵੇ, 100 ਕਰੋੜ ਦਾ 1 ਅਰਬ ਬਣਦਾ, ਉਹਨੂੰ ਕਹਿੰਦੇ ਵੀ ਅਰਬ। ਤੇ ਇਸੇ ਤਰ੍ਹਾਂ ਅੱਗੇ ਖਰਬ, ਫਿਰ 100 ਅਰਬ ਦਾ ਖਰਬ ਬਣਦਾ। ਤਾਂ ਮਹਾਰਾਜ ਕਹਿੰਦੇ ਵੀ ਭੰਡਾਰੇ ਭਰ ਲਏ ਨੇ। ਭੰਡਾਰ ਦਰਬ ਅਰਬ ਖਰਬ, ਅਰਬਾਂ ਖਰਬਾਂ ਰੁਪਈਏ ਇਕੱਠੇ ਕਰਕੇ ਤੇ ਭੰਡਾਰੇ ਭਰ ਲਏ। ਦੇਖ ਲੀਲਾ ਮਨ ਸਾਧਾਰੈ। ਤੇ ਇਹ ਦੁਨੀਆ ਦੇ ਫਿਰ ਇਹ, ਕਿਉਂਕਿ ਜਿੰਨੀ ਮਾਇਆ ਜ਼ਿਆਦੀ ਓਨੀ ਲੀਲਾ ਸੰਸਾਰ ਦੀ ਜ਼ਿਆਦੀ ਵੇਖਦਾ ਹੈ। ਸੰਸਾਰ ਦੇ ਪਦਾਰਥਾਂ ਦੀ ਲੀਲਾ ਦੇ ਵਿੱਚ, ਖੇਡਾਂ ਦੇ ਵਿੱਚ ਪਰਚਿਆ ਰਹਿੰਦਾ ਹੈ ਤੇ ਆਪਣੇ ਮਨ ਨੂੰ ਸੁਧਾਰੇ ਆਸਰੇ ਦੇ ਸਹਿਤ ਕਰਦਾ ਹੈ ਵੀ ਉਹੀ ਆਸਰਾ ਮੰਨਿਆ ਹੋਇਆ ਹੈ ਵੀ ਇਹ ਵੱਡਾ ਆਸਰਾ ਹੈ, ਮੇਰੇ ਕੋਲ ਅਰਬਾਂ ਖਰਬਾਂ ਰੁਪਈਏ ਹਨ। ਤੇ ਫਿਰ ਮਨ ਭਾਉਂਦੀਆਂ ਲੀਲਾ ਕਰਦਾ, ਮਨ ਭਾਉਂਦੀਆਂ ਖੇਡਾਂ ਖੇਡਦਾ ਹੈ। ਕਦੀ ਕਿਸੇ ਦੇਸ਼ ਨੂੰ ਚਲੇ ਗਿਆ, ਕਦੀ ਕਿਸੇ ਦੇਸ਼ ਦੀ ਯਾਤਰਾ ਕਰ ਲਈ, ਕਦੀ ਕਿਸੇ ਬਾਗਾਂ ਦੀ ਸੈਰ ਕਰ ਲਈ, ਕਦੀ ਕਿਤੇ ਖਾਣ ਪੀਣ ਵਾਸਤੇ ਚਲੇ ਗਿਆ। ਇਸ ਤਰ੍ਹਾਂ ਸੰਸਾਰ ਦੀਆਂ ਲੀਲਾ ਦੇ ਵਿੱਚ ਆਪਣੇ ਮਨ ਨੂੰ ਇਹ ਆਸਰਾ ਦਿੰਦਾ, ਆਸਰੇ ਦੇ ਸਹਿਤ ਕਰਦਾ ਹੈ। ਪਰ ਮਹਾਰਾਜ ਕਹਿੰਦੇ ਵੀ ਇਹਦੇ ਵਿੱਚੋਂ ਕੁਝ ਵੀ ਇਹਦੇ ਨਾਲ ਨਹੀਂ ਜਾਣ ਵਾਲਾ। ਗਾਮਣੀ ਨਾਮ ਹੈ ਗਮਨ ਕਰਨਾ, ਜਾਣਾ। ਇਹ ਅਰਬਾਂ ਖਰਬਾਂ ਰੁਪਈਏ ਜਿਹਦੇ ਵਾਸਤੇ ਇਹਨੇ ਧਰਮ ਛੱਡ ਦਿੱਤਾ, ਜਿਸ ਦੇ ਵਾਸਤੇ ਇਸ ਨੇ ਵਾਹਿਗੁਰੂ ਦਾ ਭਜਨ ਛੱਡ ਦਿੱਤਾ, ਬੰਦਗੀ ਛੱਡ ਦਿੱਤੀ, ਇਹ ਕੁਝ ਸਮੇਂ ਦੀ ਦੁਨੀਆ ਦੀ ਵਾਹ ਵਾਲੇ ਹੈ। ਦੁਨੀਆ ਨੇ ਵਡਿਆਈ ਕੀਤੀ, ਕਿਉਂਕਿ ਜਿਹੜੇ ਇਹਦੇ ਮੱਤ ਦੇ ਸੀ ਉਹਨਾਂ ਨੇ ਇਹਦੀ ਵਾਹ ਵਾਹ ਕਰ ਦਿੱਤੀ। ਪਰ ਇਹ ਨਾਲ ਨਹੀਂ ਇਹਦੇ ਵਿੱਚੋਂ ਕੁਝ ਵੀ ਜਾਂਦਾ। ਸਤਿਗੁਰੂ ਜੀ ਨੇ ਜਪਜੀ ਸਾਹਿਬ 'ਚ ਹੀ ਫਰਮਾਇਆ ਨਾ, ਮਨੁੱਖ ਦੀਆਂ ਕੁਝ ਵਾਸ਼ਨਾਵਾਂ ਹਨ, ਉਹਦੀਆਂ ਇੱਛਾਵਾਂ ਹਨ। ਇੱਕ ਤੇ ਇਹਦੀ ਇੱਛਾ ਵਾ ਵੀ ਮੇਰੀ ਉਮਰ ਬੜੀ ਲੰਮੀ ਹੋਵੇ, ਮੈਂ ਜ਼ਿਆਦਾ ਚਿਰ ਸੰਸਾਰ 'ਚ ਜਿਉਵਾਂ। ਇੱਕ ਇਹਦੀ ਇੱਛਾ ਵਾ ਵੀ ਮੇਰੇ ਕੋਲ ਰੁਪਈਏ ਬਹੁਤੇ ਹੋਣ, ਜਿੰਨੇ ਮੈਂ ਵਰਤਨੇ ਚਾਹਾਂ ਓਨੇ ਮੇਰੇ ਕੋਲੇ ਹੋਣ। ਇੱਕ ਇਹਦੀ ਤੀਜੀ ਇੱਛਾ ਵਾ ਵੀ ਮੇਰੀ ਮਸ਼ਹੂਰੀ ਵਾਹਵਾ ਹੋਵੇ, ਲੋਕ ਮੈਨੂੰ ਵਾਹਵਾ ਜਾਣਨ, ਮੇਰੀ ਪ੍ਰਸਿੱਧੀ ਵਾਹਵਾ ਹੋਵੇ, ਕਿ ਸਾਰੇ ਇਲਾਕੇ ਦੇ ਲੋਕ ਮੈਨੂੰ ਜਾਣਦੇ ਹੋਣ ਵੀ ਹੈਗਾ ਫਲਾਣਾ ਸੋ। ਇਹ 3 ਇੱਛਾ ਇਹਦੀਆਂ ਜ਼ਿਆਦੀਆਂ। ਇੱਕ ਉਮਰ ਵੱਡੀ ਹੋਵੇ, ਇੱਕ ਦੌਲਤ ਬਹੁਤੀ ਹੋਵੇ, ਇੱਕ ਜਾਣ ਪਛਾਣ ਬਹੁਤੀ ਹੋਵੇ, ਵੀ ਲੋਕ ਕੱਲੀ ਜਾਣ ਪਛਾਣ ਹੀ ਨਹੀਂ, ਵੀ ਲੋਕ ਜੀ ਆਇਆਂ ਵੀ ਕਹਿਣ, ਸਤਿਕਾਰ ਕਰਨ, 5-7 ਅੱਗੇ 5-7 ਪਿੱਛੇ ਤੁਰੇ ਹੀ ਫਿਰਨ। ਤਾਂ ਮਹਾਰਾਜ ਕਹਿੰਦੇ ਵੀ ਉਮਰ ਤੇਰੀ ਭਾਵੇਂ 4 ਯੁੱਗਾਂ ਦੀ ਹੋ ਜਾਵੇ, ਹੇ ਇਨਸਾਨ ਤੇਰੀ 4 ਯੁੱਗਾਂ ਦੀ ਉਮਰ ਵੀ ਹੋ ਜਾਵੇ, 4 ਨਾਲੋਂ 10 ਗੁਣਾ ਜ਼ਿਆਦੀ 40 ਯੁੱਗਾਂ ਦੀ ਉਮਰ ਹੋ ਜਾਵੇ। ਜੇ ਲਿਖਿਆ ਮਹਾਰਾਜ ਨੇ, ਜੇ ਯੁੱਗ 4 ਆਰਜਾ, ਹੋਈ ਨਹੀਂ ਵੀ ਜੇ ਹੋ ਜਾਵੇ, ਹੋਈ ਨਹੀਂ ਇੰਨੀ ਵੀ ਜੇ ਤੇਰੀ 4 ਯੁੱਗਾਂ ਦੀ ਉਮਰ ਹੋ ਜਾਵੇ, ਥੋੜੀ ਥੋੜਾ 4 ਯੁੱਗਾਂ ਦੀ ਉਮਰ, 4 ਨਾਲੋਂ ਵੀ ਮਹਾਰਾਜ ਕਹਿੰਦੇ ਹੋਰ ਦਸੂਣੀ ਹੋਏ, ਹੋਰ 10 ਗੁਣਾ ਜ਼ਿਆਦੀ ਹੋ ਜਾਵੇ। ਤੇ ਮਸ਼ਹੂਰ ਪਤਾ ਤੂੰ ਕਿੰਨਾ ਹੋਵੇਂ, ਕੱਲੇ ਸੁਲਤਾਨਪੁਰ ਲੋਧੀ 'ਚ ਨਹੀਂ, ਨਵਾਂ ਖੰਡਾ ਵਿੱਚ ਜਾਣੀ ਹੈ। 9 ਖੰਡਾਂ ਦੀ ਸਾਰੀ ਸ੍ਰਿਸ਼ਟੀ ਵਿੱਚ ਤੇਰੀ ਜਾਣ ਪਛਾਣ ਵੀ ਬਣ ਜਾਵੇ। ਨਾਲ ਚੱਲੇ ਸਭ ਕੋਏ, ਤੇ ਜਿੱਧਰ ਜਾਵੇਂ ਉਧਰ ਸਾਰੇ ਨਾਲ ਹੀ ਤੁਰ ਪੈਣ ਤੇਰੇ, ਲੈਣਾ ਹੀ ਲੱਗੀਆਂ ਜਾਣ, ਇੰਨੀ ਪ੍ਰਸਿੱਧੀ ਹੋਵੇ। ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਸਾਰੇ ਜੱਗ ਦੇ ਵਿੱਚੋਂ ਤੂੰ ਜਸ ਵੀ ਖੱਟੇ ਤੇ ਕੀਰਤੀ ਵੀ ਖੱਟੇ। 2 ਚੀਜ਼ਾਂ ਆਖੀਆਂ ਮਾਰੇ ਨੇ, ਇੱਕ ਜਸ ਤੇ ਇੱਕ ਕੀਰਤ, ਕੀਰਤੀ। ਹਰੇਕ ਇਨਸਾਨ ਦੀਆਂ ਦੋਵੇਂ ਨਹੀਂ ਹੁੰਦੀਆਂ। ਜਸ ਹੁੰਦਾ ਜਿਹੜਾ ਮੂੰਹ ਤੇ ਕੀਤਾ ਜਾਵੇ, ਕੀਰਤੀ ਜਿਹੜੀ ਪਿੱਠ ਪਿੱਛੇ ਵੀ ਕੀਤੀ ਜਾਵੇ, ਜਿੱਥੋਂ ਚਲੇ ਗਿਆ।
ਕਈਆਂ ਦੇ ਮੂੰਹ ਤੇ ਵਡਿਆਈ ਹੁੰਦੀ ਹੈ, ਜਦੋਂ ਚਲੇ ਜਾਂਦੇ ਮਗਰੋਂ ਨਹੀਂ ਕੋਈ ਵਡਿਆਈ ਕਰਦਾ। ਕਈ ਵਾਰੀ ਕੰਮ ਲੈਣ ਵਾਸਤੇ ਕੋਈ ਮੂੰਹ ਤੇ ਵਡਿਆਈ ਕਰ ਵੀ ਦਿੰਦਾ, ਪਰ ਮਹਾਰਾਜ ਕਹਿੰਦੇ ਮੂੰਹ ਤੇ ਵੀ ਜਸ ਹੋਵੇ ਤੇ ਪਿੱਛੋਂ ਵੀ ਕੀਰਤੀ ਹੋਵੇ, ਇਹ ਸਾਰਾ ਕੁਝ ਮਿਲ ਵੀ ਜਾਵੇ ਤੈਨੂੰ, ਜਸ ਕੀਰਤ ਜਗ ਲੈ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਜ਼ਰੂਰੀ ਨਹੀਂ ਵੀ ਤੂੰ ਪਰਮੇਸ਼ਰ ਦੀ ਨਿਗਾਹ ਵਿੱਚ ਵੀ ਸਫਲਾ ਹੀ ਹੋਵੇਂ। ਕਈ ਵਾਰੀ ਆਪਾਂ ਸੰਸਾਰ ਦੇ ਪਦਾਰਥ ਵੇਖ ਕੇ ਕਹਿ ਦਿੰਦੇ ਨਾ ਵੀ ਇਹ ਬੰਦਾ ਬੜਾ ਕਰਮਾਂ ਵਾਲਾ, ਇਹਦੇ ਬੜੇ ਚੰਗੇ ਭਾਗ। ਕਿਉਂ ਚੰਗੇ ਭਾਗ? ਕਹਿੰਦੇ ਇਹਦੇ ਕੋਲੇ ਦੌਲਤ ਬੜੀ। ਕਿਉਂ ਚੰਗੇ ਭਾਗ? ਕਹਿੰਦੇ ਇਹਦੀ ਪ੍ਰਸਿੱਧੀ ਬਹੁਤ ਜ਼ਿਆਦੀ, ਇਹਦੇ ਅੱਗੇ ਪਿੱਛੇ ਲੋਕ ਭੱਜੇ ਫਿਰਦੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਤੂੰ ਸਾਰੀ ਸ੍ਰਿਸ਼ਟੀ ਵਿੱਚ ਵੀ ਪ੍ਰਸਿੱਧ ਹੋ ਜਾਵੇਂ, ਤੇਰੇ ਨਾਲ ਸਾਰੇ ਚੱਲਣ ਲੱਗ ਪੈਣ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਤੂੰ ਬੰਦਗੀ ਨਹੀਂ ਕਰਦਾ ਤੇ ਰੱਬ ਦੀ ਨਿਗਾਹ 'ਚ ਨਹੀਂ ਤੂੰ ਆਉਣਾ। ਉਹਦੀ ਨਿਗਾਹ 'ਚ ਤੂੰ ਇੱਕ ਨਿੱਕਾ ਜਿਹਾ ਕੀੜਾ ਹੀ ਹੈ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਫਿਰ ਤੇਰੀ ਬਾਤ ਨਹੀਂ ਕਿਸੇ ਨੇ ਪੁੱਛਣੀ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਕੀੜਿਆਂ 'ਚ ਤੈਨੂੰ ਕੀੜਾ ਪੈਦਾ ਕੀਤਾ ਜਾਵੇਗਾ ਫਿਰ, ਕਿਉਂਕਿ ਜਿੰਨਾ ਸਾਰਾ ਜ਼ਿਆਦਾ ਵਧਿਆ ਉਹਨੇ ਪਾਪ ਵੀ ਜ਼ਿਆਦਾ ਕਰਨੇ, ਉਹਨਾਂ ਪਾਪਾਂ ਦਾ ਫਲ ਵੀ ਫਿਰ ਉਹ ਦੁੱਖ ਮਿਲਣਾ। ਫਿਰ ਮਾਰੇ ਕਹਿੰਦੇ ਕੀੜਿਆਂ 'ਚ ਕੀੜਾ ਪੈਦਾ ਕੀਤਾ ਜਾਵੇਗਾ। ਮਹਾਂਪੁਰਖਾਂ ਨੇ ਇਹਦਾ ਅਰਥ ਇਸ ਤਰ੍ਹਾਂ ਵੀ ਕੀਤਾ ਵੀ ਜਿਹੜਾ ਕੂਕਰ ਦੇ ਸਿਰ ਦੇ ਵਿੱਚ ਕੀੜੇ ਪੈਂਦੇ ਨਾ, ਕੂਕਰ ਨੂੰ ਵੀ ਕੀੜਾ ਆਖਿਆ ਹੈ, ਤੇ ਉਹਦੇ ਸਿਰ 'ਚ ਪੈਣ ਵਾਲੇ ਜਿਹੜੇ ਕੀੜੇ ਉਹਨਾਂ ਨੂੰ ਵੀ ਕੀੜੇ ਆਖਿਆ। ਕਹਿੰਦੇ ਕੁੱਤੇ ਦੇ ਸਿਰ 'ਚ ਪੈਦਾ ਹੋਣ ਵਾਲਾ ਕੀੜਾ ਪੈਦਾ ਕੀਤਾ ਜਾਵੇਗਾ। ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ, ਜਿਹੜੇ ਆਪ ਵੀ ਦੋਸ਼ੀ ਉਹ ਵੀ ਤੇਰੇ ਤੇ ਦੋਸ਼ ਧਾਰਨ ਕਰਨਗੇ। ਜੇ ਇੰਨੀ ਮਸ਼ਹੂਰੀ ਵੀ ਹੋ ਜਾਵੇ, ਇੰਨੀ ਪ੍ਰਸਿੱਧੀ ਵੀ ਹੋ ਜਾਵੇ, ਮਹਾਰਾਜ ਕਹਿੰਦੇ ਇਹਨਾਂ ਅਰਬਾਂ ਖਰਬਾਂ ਰੁਪਈਆਂ ਦੇ ਵਿੱਚੋਂ ਕੁਝ ਵੀ ਨਾਲ ਨਹੀਂ ਜਾਵੇਗਾ। ਸੁਤ ਕਲਤਰ ਭਰਾਤ ਮੀਤ ਉਰਜ ਪਰਿਓ, ਸੁੱਤ ਕਲਤਰ ਭਰਾਤ ਮੀਤ, ਪੁੱਤਰ ਕਲਤਰ ਘਰ ਵਾਲੀ, ਭਰਾਤ ਭਰਾ ਤੇ ਮੀਤ ਮਿੱਤਰ। ਉਰਜ ਭਰਿਓ ਭਰਮ ਮੋਹਿਓ, ਭਰਮ ਦੇ ਵਿੱਚ ਮੋਹਿਆ ਹੋਇਆ, ਇਹਨਾਂ ਵਿੱਚ ਉਲਝਿਆ ਹੋਇਆ ਹੈ, ਫਸਿਆ ਹੋਇਆ ਹੈ। ਭਰਮ ਮੋਹਿਓ ਇਹ ਬਿਰਖ ਛਾਮਨੀ, ਇਹ ਜਿਹੜਾ ਸਾਰਾ ਕੁਝ ਹੈ ਨਾ, ਮਹਾਰਾਜ ਕਹਿੰਦੇ ਬਿਰਖ ਛਾਮਨੀ, ਇਹ ਦਰਖਤ ਦੀ ਬਿਰਖ ਦੀ ਛਾਂ ਵਰਗਾ ਹੈ ਸਾਰਾ ਕੁਝ। ਜਿਵੇਂ ਬਿਰਖ ਦੀ ਛਾਂ ਸਦਾ ਨਹੀਂ ਨਾ ਰਹਿੰਦੀ, ਇਸੇ ਤਰ੍ਹਾਂ ਇਹ ਪਰਿਵਾਰ ਵੀ ਸਦਾ ਨਹੀਂ ਰਹਿਣਾ, ਇਹ ਦੁਨੀਆ ਦੀ ਦੌਲਤ ਉਹਦੇ ਮੁਰਾਤਬੇ ਵੀ ਸਦਾ ਨਹੀਂ ਰਹਿਣੇ। ਬਿਰਖ ਕੀ ਛਾਇਆ ਸਿਓ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੇ। ਉਹ ਬਿਨਸ ਜਾਣੀ, ਫਿਰ ਪਛਤਾਉਂਦੇ ਰਹਿ ਜਾਣਾ ਹੈ। ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ। ਮਹਾਰਾਜ ਕਹਿੰਦੇ ਇਸ ਕਰਕੇ ਵਾਹਿਗੁਰੂ ਜੀ ਦੇ ਸੋਹਣੇ ਚਰਨਾਂ ਕਮਲਾਂ ਦੀ ਸ਼ਰਨ ਲੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਵੀ ਸੁਖ ਸੰਤ ਭਾਵਨੀ। ਇਹ ਭਾਈ ਸੰਤਾਂ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰ, ਭਾਵਨਾ ਲਾ, ਤੇ ਪ੍ਰਭੂ ਦੀ ਭਾਵਨੀ ਵਿੱਚੋਂ ਤੈਨੂੰ ਸੁੱਖ ਮਿਲੇਗਾ। ਅਥਵਾ ਪ੍ਰਭੂ ਦੇ ਪਿਆਰੇ ਸੰਤ ਜਨਾਂ ਦੇ ਨਾਲ ਭਾਵਨੀ ਲਾ, ਸ਼ਰਧਾ ਧਾਰਨ ਕਰ, ਭਾਵਨਾ ਬਣਾ। ਪ੍ਰਭੂ ਦੀ ਬੰਦਗੀ ਕਰਨ ਵਾਲੇ ਸੰਤਾਂ ਨਾਲ ਮਿਲ ਕਰਕੇ ਤੂੰ ਆਤਮਿਕ ਸੁੱਖ ਪ੍ਰਾਪਤ ਕਰੇਂਗਾ ਜਦੋਂ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਆਵੇਂਗਾ। ਗੁਰੂ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਸੁਤ ਕਲਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ। ਇਹ ਬਿਰਖ ਛਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।